ਪਿਆਰੇ ਦੋਸਤੋ, ਅੱਜ ਆਪਾਂ ਗੱਲ ਕਰਨੀ ਹੈਗੀ ਆ ਸਮਕਾਲੀ ਪੰਜਾਬੀ ਕਵਿਤਾ ਦੇ ਝੁਕਾਵਾਂ ਬਾਰੇ। ਸਮਕਾਲੀ ਪੰਜਾਬੀ ਕਵਿਤਾ ਦੇ ਨਵੇਂ ਵਿਸ਼ਿਆਂ ਬਾਰੇ, ਇਸ ਦੇ ਨਵੇਂ ਰੂਪਾਂ ਬਾਰੇ ਕਿ ਸਮਕਾਲੀ ਪੰਜਾਬੀ ਕਵਿਤਾ ਵਿੱਚ ਕੀ ਤਬਦੀਲੀਆਂ ਆ ਰਹੀਆਂ, ਇਸ ਬਾਰੇ ਗੱਲਬਾਤ ਕਰਨੀ। ਸਭ ਤੋਂ ਪਹਿਲਾਂ ਤਾਂ ਇਹ ਬਹੁਤ ਔਖਾ ਹੁੰਦਾ ਸਮਕਾਲ ਨੂੰ ਪਰਿਭਾਸ਼ਿਤ ਕਰਨਾ ਕਿ ਆਖਰ ਜਦੋਂ ਅਸੀਂ ਸਮਕਾਲੀ ਪੰਜਾਬੀ ਕਵਿਤਾ ਕਹਿੰਦੇ ਹਾਂ ਤਾਂ ਸਾਡਾ ਸਮਕਾਲੀ ਪੰਜਾਬੀ ਕਵਿਤਾ ਤੋਂ ਕੀ ਭਾਵ ਆ। ਸਮਕਾਲੀ ਪੰਜਾਬੀ ਕਵਿਤਾ ਜਿਹੜੀ ਸਮਕਾਲ ਵਿੱਚ ਲਿਖੀ ਜਾ ਰਹੀ ਆ, ਅੱਜ ਲਿਖੀ ਜਾ ਰਹੀ ਹੈ। ਅਤੇ ਜਦੋਂ ਅਸੀਂ ਅੱਜ ਲਿਖੀ ਜਾ ਰਹੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਅੱਜ ਤੋਂ ਭਾਵ ਅੱਜ ਦੇ ਦਿਨ, ਅੱਜ ਤੋਂ 1 ਮਹੀਨਾ ਪਹਿਲਾਂ, ਅੱਜ ਤੋਂ 1 ਸਾਲ ਪਹਿਲਾਂ। ਆਮ ਕਰਕੇ ਅਖਬਾਰਾਂ ਰਸਾਲਿਆਂ ਵਾਲੇ ਜਦੋਂ ਕੈਲੰਡਰ ਸਾਲ ਬਦਲਦਾ ਹੈ ਤਾਂ ਉਦੋਂ 1 ਸਾਲ ਦੀ ਕਵਿਤਾ ਦਾ ਲੇਖਾ ਜੋਖਾ ਕਰਵਾਉਂਦੇ ਆ। ਆਮ ਕਰਕੇ ਜਿਹੜੇ ਇਨਾਮ ਨੇ, ਚਾਹੇ ਉਹ ਸਾਹਿਤ ਅਕੈਡਮੀ ਦਾ ਨਾਮ ਹੋਵੇ, ਚਾਹੇ ਭਾਸ਼ਾ ਵਿਭਾਗ ਦਾ ਨਾਮ ਹੋਵੇ, ਜਿਹੜਾ ਪੁਸਤਕਾਂ ਦੇ ਨਾਮ ਦਿੱਤਾ ਜਾਂਦਾ ਉਹ ਸਾਲ ਦੀ ਸਾਲ ਦਿੱਤਾ ਜਾਂਦਾ ਤਾਂ ਸਾਲ ਨੂੰ ਇੱਕ ਯੂਨਿਟ ਮੰਨ ਲਿਆ ਜਾਂਦਾ। ਕੀ ਸਮਕਾਲੀ ਪੰਜਾਬੀ ਕਵਿਤਾ ਦਾ ਭਾਵ ਆਹ ਸਾਲ ਹੁੰਦਾ, ਜਾਂ ਸਮਕਾਲ ਤੋਂ ਭਾਵ ਅਸੀਂ ਕੋਈ ਕਵਿਤਾ ਦੇ ਹਿਸਾਬ ਨਾਲ ਜਾਂ ਸਾਹਿਤ ਦੇ ਹਿਸਾਬ ਨਾਲ ਕੋਈ 10 ਸਾਲ ਦੀ ਕਵਿਤਾ ਨੂੰ ਲੈ ਸਕਦੇ ਹਾਂ। ਤਾਂ ਮੋਟੇ ਜਿਹੇ ਤੌਰ 'ਤੇ ਜਦੋਂ ਅਸੀਂ ਸਮਕਾਲੀ ਪੰਜਾਬੀ ਕਵਿਤਾ ਕਹਿੰਦੇ ਹਾਂ ਤਾਂ ਘੱਟੋ ਘੱਟ ਅੱਜ ਤੋਂ ਕੋਈ 1 ਦਹਾਕਾ ਪਹਿਲਾਂ ਦੀ ਕਵਿਤਾ ਤੋਂ ਸ਼ੁਰੂ ਕਰਕੇ 1 ਦਹਾਕੇ ਦੀ ਕਵਿਤਾ ਲੈਂਦੇ ਹਾਂ। ਪਰ ਜਦੋਂ ਅਸੀਂ ਸਾਹਿਤ ਦੇ ਇਤਿਹਾਸ ਵਿੱਚ ਸਮਕਾਲੀ ਪੰਜਾਬੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਲੰਮਾ ਸਮਾਂ ਸਾਡੇ ਸਮਕਾਲ ਵਿੱਚ ਇਹ ਰਿਵਾਜ ਰਿਹਾ ਕਿ 1990 ਤੋਂ ਬਾਅਦ ਦੀ ਪੰਜਾਬੀ ਕਵਿਤਾ ਨੂੰ ਸਮਕਾਲੀ ਪੰਜਾਬੀ ਕਵਿਤਾ ਆਖਿਆ ਜਾ ਸਕਦਾ ਜਾਂ ਆਖਿਆ ਜਾਂਦਾ ਰਿਹਾ, ਕਿਉਂਕਿ 90 ਵਿੱਚ ਕੁਝ ਵੱਡੀਆਂ ਤਬਦੀਲੀਆਂ ਵਾਪਰੀਆਂ। ਜਿਸ ਤਰ੍ਹਾਂ ਸੋਵੀਅਤ ਯੂਨੀਅਨ ਉਦੋਂ ਢਹਿ ਢੇਰੀ ਹੋ ਗਿਆ, ਉਸ ਤੋਂ ਬਾਅਦ ਜਿਹੜਾ ਹੈਗਾ ਕਿ ਪੂੰਜੀਵਾਦ ਦੀ ਇੱਕ ਚੜ੍ਹਤ ਹੋ ਗਈ। ਜੇ ਪੰਜਾਬ ਦੇ ਪ੍ਰਸੰਗ ਵਿੱਚ ਵੇਖੀਏ ਤਾਂ ਜਿਹੜਾ ਪੁਰਾਣੇ ਢੰਗ ਦਾ ਸਾਡੇ ਸਮਾਜ ਚੱਲਿਆ ਆ ਰਿਹਾ ਸੀਗਾ, ਜਿਹਦੇ ਵਿੱਚ ਇੱਕ ਤਰ੍ਹਾਂ ਦਾ ਨਕਸਲਵਾੜੀ ਦੌਰ ਤੋਂ ਬਾਅਦ ਖਾੜਕੂ ਦੌਰ ਆਇਆ ਸੀ, ਉਹ ਖਾੜਕੂ ਦੌਰ ਖਤਮ ਹੋ ਜਾਂਦਾ ਹੈਗਾ। 90 ਦੇ ਵਿੱਚ ਹੀ ਨਵੀਆਂ ਆਰਥਿਕ ਵਿਕਾਸ ਨੀਤੀਆਂ ਆਉਂਦੀਆਂ ਹੈਗੀਆਂ, ਗਲੋਬਲਾਈਜੇਸ਼ਨ ਹੁੰਦੀ ਆ, ਨਿੱਜੀਕਰਨ ਹੁੰਦਾ, ਪ੍ਰਾਈਵੇਟਾਈਜੇਸ਼ਨ ਹੁੰਦੀ ਆ। 90 ਤੋਂ ਬਾਅਦ ਇਸ ਤਰ੍ਹਾਂ ਦੀਆਂ ਤਬਦੀਲੀਆਂ ਵਾਪਰਦੀਆਂ ਅਤੇ ਕਈ ਵਾਰ ਇਹ ਸਮਝ ਲਿਆ ਜਾਂਦਾ ਹੈ ਕਿ ਆਖਰੀ ਜਿਹੜਾ ਪਿਛਲੀ ਸਦੀ ਦਾ ਆਖਰੀ ਦਹਾਕਾ ਹੈਗਾ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਵਾਪਰਦੀਆਂ ਉਹਨਾਂ ਨੂੰ ਅਸੀਂ ਸਮਕਾਲ ਦਾ ਜਿਹੜਾ ਕਾਰਨ ਮੰਨ ਲੈਂਦੇ ਹਾਂ ਕਿ ਉਹ ਜਿਹੜੀਆਂ ਤਬਦੀਲੀਆਂ ਵਾਪਰੀਆਂ ਉਹ ਸਮਕਾਲੀ ਕਵਿਤਾ ਨੂੰ, ਸਮਕਾਲੀ ਸਾਹਿਤ ਨੂੰ ਪਰਿਭਾਸ਼ਿਤ ਕਰਦੀਆਂ। ਅਤੇ ਬਹੁਤੇ ਵਾਰੀ ਜਿਹੜੀ ਸਾਡੀ ਨਵੀਂ ਸਦੀ ਹੈਗੀ ਆ, ਜਿਹੜੀ ਇਸ ਸਦੀ ਦੀਆਂ ਗੱਲਾਂ ਨੇ, 21ਵੀਂ ਸਦੀ ਦੀਆਂ ਗੱਲਾਂ ਨੇ, ਜਿਹੜੀਆਂ 2000 ਤੋਂ ਬਾਅਦ, 2000 ਤੋਂ ਬਾਅਦ, 2K ਤੋਂ ਬਾਅਦ ਜਿਹੜੀ ਦੁਨੀਆ ਬਦਲੀ ਆ ਅਤੇ ਉਸ ਨੂੰ ਪੇਸ਼ ਕਰਦਾ ਜਿਹੜਾ ਸਾਹਿਤ ਬਦਲਿਆ, ਉਹਨੂੰ ਅਸੀਂ ਸਮਕਾਲੀ ਸਾਹਿਤ ਕਹਿ ਲੈਂਦੇ ਹਾਂ। ਬਿਨਾਂ ਸ਼ੱਕ ਜੇ ਕਵਿਤਾ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਪਾਤਰ, ਪਾਸ਼, ਜਗਤਾਰ, ਇਹਨਾਂ ਦਾ ਇੱਕ ਯੁੱਗ, ਉਹ ਯੁੱਗ ਦੇ ਨਾਲ ਨਾਲ ਚੱਲਦੇ ਰਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ। ਇਹ ਜਿਹੜਾ ਯੁੱਗ ਹੈਗਾ, ਇਹ ਯੁੱਗ ਦਾ ਕਿਹਾ ਜਾ ਸਕਦਾ ਹੈ ਕਿ ਭਾਵਾਂ ਉਹਨਾਂ ਵਿੱਚੋਂ ਕੁਝ ਸਾਹਿਤਕਾਰ ਸਾਡੇ ਨਾਲੋਂ ਵਿਛੜ ਚੁੱਕੇ ਆ, ਭਾਵਾਂ ਬਾਕੀ ਸਾਹਿਤਕਾਰ ਵੀ ਲਿਖ ਰਹੇ ਨੇ, ਪਰ ਜੋ ਕੁਝ ਵੀ ਲਿਖ ਰਹੇ ਨੇ ਉਹ ਕਿਹਾ ਜਾ ਸਕਦਾ ਵਿਸ਼ੇ ਸਮਕਾਲੀ ਆ, ਉਹਨਾਂ ਦਾ ਨਿਭਾਅ ਅਤੇ ਉਹਨਾਂ ਦਾ ਜਿਹੜਾ ਰੂਪ ਆ ਉਹ ਪੁਰਾਣਾ ਹੀ ਹੈ। ਤਾਂ ਫਿਰ ਨਵੀਂ ਪੰਜਾਬੀ ਕਵਿਤਾ ਜਾਂ ਸਮਕਾਲੀ ਪੰਜਾਬੀ ਕਵਿਤਾ ਅਸੀਂ ਕਿਸ ਨੂੰ ਆਖੀਏ ਕਿ ਇਹ ਜਿਹੜੀ ਪੰਜਾਬੀ ਕਵਿਤਾ ਹੈ ਇਹ ਨਵੀਂ ਕਵਿਤਾ ਜਾਂ ਸਮਕਾਲੀ ਪੰਜਾਬੀ ਕਵਿਤਾ ਹੈ। ਤਾਂ ਇੱਕ ਤਰ੍ਹਾਂ ਨਾਲ ਸਾਡੇ ਸਾਹਮਣੇ ਇੱਕ ਮਸਲਾ ਪੈਦਾ ਹੋ ਜਾਂਦਾ ਕਿ ਫਿਰ ਨਵੀਂ ਕਵਿਤਾ ਦੇ ਝੁਕਾਅ ਕੀ ਹੈ। ਤਾਂ ਮੋਟੇ ਜਿਹੇ ਤੌਰ 'ਤੇ ਜਦੋਂ ਅਸੀਂ ਸਮਕਾਲੀ ਪੰਜਾਬੀ ਕਵਿਤਾ ਦੀ ਗੱਲ 2021 ਵਿੱਚ ਕਰ ਰਹੇ ਹਾਂ ਤਾਂ ਲਗਭਗ ਪਿਛਲੇ ਜਿਹੜੇ 2 ਦਹਾਕਿਆਂ ਦੀ ਕਵਿਤਾ ਹੈ ਉਸ ਨੂੰ ਅਸੀਂ ਮੱਦੇ ਨਜ਼ਰ ਰੱਖ ਕੇ ਹੀ ਗੱਲ ਕਰ ਰਹੇ ਹਾਂ ਕਿ ਕੀ ਝੁਕਾਅ ਬਣਦੇ ਆ, ਕੀ ਨਵੇਂ ਮੋੜ ਆਉਂਦੇ ਆ, ਪੰਜਾਬੀ ਕਵਿਤਾ ਦੇ ਵਿੱਚ ਨਵਾਂ ਕੀ ਸਿਰਜਿਆ ਜਾ ਰਿਹਾ। ਹੁਣ ਇਹ ਵੀ ਆ ਕਿ ਜਦੋਂ ਅਸੀਂ ਕਵਿਤਾ ਦੇ ਬਾਰੇ ਗੱਲ ਕਰਨੀ ਆ ਤਾਂ ਕਿਸ ਪੱਖ ਤੋਂ ਗੱਲ ਕਰਨੀ ਹੈ, ਕਿ ਨਵੇਂ ਵਿਸ਼ਿਆਂ ਦੇ ਪੱਖੋਂ ਗੱਲ ਕਰਨੀ ਹੈ, ਨਵੇਂ ਰੂਪਾਂ ਦੇ ਪੱਖੋਂ ਗੱਲ ਕਰਨੀ ਹੈ, ਜਾਂ ਨਵੇਂ ਲੇਖਕਾਂ ਦੇ ਪੱਖੋਂ ਗੱਲ ਕਰਨੀ ਹੈ, ਜਾਂ ਨਵੀਆਂ ਕਿਤਾਬਾਂ ਦੇ ਪੱਖੋਂ ਗੱਲ ਕਰਨੀ ਹੈ। ਤਾਂ ਨਿਸ਼ਚੇ ਹੀ ਅਸੀਂ ਜਿਸ ਨੂੰ ਆਧਾਰ ਬਿੰਦੂ ਬਣਾਵਾਂਗੇ ਉਸ ਆਧਾਰ 'ਤੇ ਸਾਡੇ ਸਿੱਟੇ ਵੀ ਵੱਖਰੋ ਵੱਖਰੇ ਹੋਣਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ ਕਵਿਤਾ ਬਾਰੇ ਕਿਹਾ ਜਾਂਦਾ ਕਿ ਇਹ ਲਹਿਰਾਂ ਦੇ ਵਿੱਚ ਚੱਲਦੀ ਹੈ।
ਕਿਸੇ ਵੇਲੇ ਜੇ ਅਕਾਲੀ ਲਹਿਰ ਸੀ ਤਾਂ ਅਕਾਲੀ ਲਹਿਰ, ਜੇ ਬੱਬਰ ਲਹਿਰ ਹੈ ਤਾਂ ਬੱਬਰ ਲਹਿਰ ਦੀ ਕਵਿਤਾ, ਉਦੋਂ ਬਾਅਦ ਆਜ਼ਾਦੀ ਦੀ ਕਵਿਤਾ ਜਾਂ ਰਾਸ਼ਟਰਵਾਦੀ ਕਵਿਤਾ, ਔਰ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਪ੍ਰਗਤੀਵਾਦੀ ਕਵਿਤਾ, ਰੋਮਾਂਸਵਾਦੀ ਕਵਿਤਾ, ਜਾਂ ਫਿਰ ਅਸੀਂ ਕਹਿੰਦੇ ਕਿ ਚੇਤਨ ਤੌਰ 'ਤੇ ਕੋਸ਼ਿਸ਼ ਕੀਤੀ ਗਈ ਕਿ ਪ੍ਰਯੋਗਸ਼ੀਲ ਲਹਿਰ ਦੀ ਕਵਿਤਾ ਚੱਲੇ, ਭਾਵੇਂ ਉਸ ਤਰ੍ਹਾਂ ਕਵਿਤਾ ਚੱਲੀ ਨਹੀਂ ਸੀ। ਪਰ ਬਾਅਦ ਦੇ ਵਿੱਚ ਫਿਰ ਨਕਸਲਵਾੜੀ ਦੌਰ ਦੀ ਕਵਿਤਾ, ਜਾਂ ਫਿਰ ਪੰਜਾਬ ਸੰਕਟ ਦੀ ਵਿਸ਼ੇ ਵਜੋਂ ਕਿ ਸਭ ਦਾ ਧਿਆਨ ਜਿਹੜਾ ਪੰਜਾਬ ਸੰਕਟ 'ਤੇ ਚਲਿਆ ਜਾਂਦਾ, ਪੰਜਾਬ ਸੰਕਟ ਦੀ ਕਵਿਤਾ। ਤਾਂ ਇਹ ਲਹਿਰਾਂ ਦੇ ਨਾਲ ਪੰਜਾਬੀ ਕਵਿਤਾ ਚੱਲਦੀ ਹੈ। ਅਤੇ ਜੇ ਅਸੀਂ ਵੇਖੀਏ ਤਾਂ ਇਸ ਸਮੇਂ ਦੌਰਾਨ ਕੋਈ ਵੱਡੀ ਉਸ ਤਰ੍ਹਾਂ ਦੀ ਰਾਜਸੀ ਲਹਿਰ ਨਹੀਂ ਉੱਠੀ। ਤਾਂ ਫਿਰ ਇਹ ਕਵਿਤਾ ਦੇ ਵਿੱਚ ਜੇ ਅਸੀਂ ਸਮਾਜਿਕ ਪੱਧਰ 'ਤੇ ਦੇਖਣਾ ਹੋਵੇ ਤਾਂ ਕਿਹੜੇ ਕਿਹਾ ਜਾ ਸਕਦਾ ਹੈ ਕਿ ਪ੍ਰਵਿਰਤੀਆਂ ਹਾਵੀ ਰਹੀਆਂ, ਜਾਂ ਕਿਹੜੇ ਨਵੇਂ ਇੱਕ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਵਾਹ ਆਇਆ ਕਿ ਜਿਨ੍ਹਾਂ ਨੂੰ ਅਸੀਂ ਇੱਕ ਥਾਂ ਇਕੱਠੇ ਸੰਗਠਿਤ ਰੂਪ ਵਿੱਚ ਕਹਿ ਸਕੀਏ। ਤਾਂ 3 ਮੁੱਖ ਰੂਪ ਇਸ ਸਮੇਂ ਉੱਭਰ ਕੇ ਪੰਜਾਬੀ ਕਵਿਤਾ ਦੇ ਵਿੱਚ ਸਾਹਮਣੇ ਆਉਂਦੇ ਆ। ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਵਾਸ ਦੀ ਕਵਿਤਾ, ਇੱਕ ਦਲਿਤ ਚੇਤਨਾ ਦੀ ਕਵਿਤਾ, ਇੱਕ ਨਾਰੀ ਚੇਤਨਾ ਦੀ ਕਵਿਤਾ। ਤਾਂ ਇਹਨਾਂ ਕਵਿਤਾਵਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰਵਾਸ ਦੀ ਕਵਿਤਾ, ਤਾਂ ਪ੍ਰਵਾਸ ਦੀ ਕਵਿਤਾ ਪਹਿਲਾਂ ਵੀ ਲਿਖੀ ਜਾਂਦੀ ਰਹੀ ਹੈ। ਬਿਨਾਂ ਸ਼ੱਕ 1900 ਕਹਿ ਸਕਦੇ ਹਾਂ ਕਿ 60 ਤੋਂ ਬਾਅਦ ਹੀ ਜਿਹੜੇ ਪੰਜਾਬੀ ਆ ਇੰਗਲੈਂਡ ਜਾਣੇ ਸ਼ੁਰੂ ਹੋਏ, ਅਤੇ ਉਦੋਂ ਤੋਂ ਹੀ ਪੰਜਾਬੀ ਕਵਿਤਾ ਲਿਖੀ ਜਾਣੀ ਸ਼ੁਰੂ ਹੋਈ। ਫਿਰ ਇੰਗਲੈਂਡ ਤੋਂ ਬਾਅਦ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਕਵਿਤਾਵਾਂ ਲਿਖੀਆਂ ਗਈਆਂ ਹੈਗੀਆਂ। ਬਿਨਾਂ ਸ਼ੱਕ ਕੀ ਤੇਜ਼ੀ ਆਈ, ਜਿਹੜੀ ਤੇਜ਼ੀ ਆਈ ਆ ਹੁਣ ਦੇ ਸਮੇਂ ਦੀ, ਜਿਹਨੂੰ ਅਸੀਂ ਤੇਜ਼ੀ ਕਹਿੰਦੇ ਹਾਂ, ਜਿਹਨੂੰ ਅਸੀਂ ਪ੍ਰਵਾਸੀ ਸਾਹਿਤ ਦੀ ਕਹਿੰਦੇ ਹਾਂ, ਤਾਂ 2-3 ਉਹਦੇ ਮਹੱਤਵਪੂਰਨ ਨੁਕਤੇ ਕਿ ਪੁਰਾਣੀ ਜਿਹੜੀ ਸਾਡੀ ਕਵਿਤਾ ਸੀਗੀ ਪ੍ਰਵਾਸੀ ਕਵਿਤਾ, ਉਸ ਵਿੱਚ ਆਪਣੀ ਧਰਤੀ ਦਾ ਅਦਰੇਵਾਂ ਬਹੁਤ ਸੀ। ਨਸਲੀ ਵਿਤਕਰਾ ਉਸ ਵਿੱਚ ਇੱਕ ਪ੍ਰਮੁੱਖ ਦੁੱਖ ਸੀਗਾ। ਨਸਲੀ ਵਿਤਕਰਾ ਅਤੇ ਜਿਹੜਾ ਪ੍ਰਵਾਸੀ ਹੋਣ ਦਾ ਦਰਦ ਆ, ਜਿਹੜਾ ਅਦਰੇਵਾਂ, ਉਹ ਵੱਡੀ ਗੱਲ ਸੀ, ਅਤੇ ਵਾਪਸ ਭਾਰਤ ਆਉਣ ਦੀ ਤਾਂਘ ਸੀਗੀ। ਪਰ ਜਿਹੜੀ ਇਸ ਸਮੇਂ ਵਿੱਚ ਕਵਿਤਾ ਲਿਖੀ ਗਈ ਆ, ਉਹ ਕਵਿਤਾ ਉੱਥੋਂ ਦੇ ਪ੍ਰਵਾਸੀਆਂ ਦੇ ਜਿਹੜੇ ਹੋਰ ਦੁੱਖ ਦਰਦ ਨੇ ਉਹਨਾਂ ਨੂੰ ਪੇਸ਼ ਕਰਦੀ ਆ। ਖਾਸ ਕਰਕੇ ਜਦੋਂ 9/11 ਤੋਂ ਬਾਅਦ ਜਿਹੜਾ ਉੱਥੋਂ ਦੇ ਸਮਾਜ ਦੇ ਵਿੱਚ, ਖਾਸ ਕਰਕੇ ਪੱਛਮੀ ਸਮਾਜਾਂ ਦੇ ਵਿੱਚ ਪੰਜਾਬੀਆਂ ਨੂੰ, ਸਿੱਖਾਂ ਨੂੰ ਜਾਂ ਪਗੜੀ ਧਾਰੀਆਂ ਨੂੰ ਜਿਸ ਤਰ੍ਹਾਂ ਦਾ ਮਹਿਸੂਸ ਕਰਨਾ ਪਿਆ, ਉਹ ਆਉਂਦਾ। ਕੰਮ ਬੋਝ ਆ ਜਿਹੜਾ ਬਹੁਤ ਜ਼ਿਆਦਾ, ਉਹ ਵੀ ਇਸ ਕਵਿਤਾ ਦਾ ਹਿੱਸਾ ਬਣਦਾ, ਹਾਸਲ ਬਣਦਾ। ਪਰ ਇਹਦੇ ਨਾਲ ਦੀ ਨਾਲ ਹੀ ਜਿਹੜੀਆਂ 2-3 ਗੱਲਾਂ ਵੱਖਰੀਆਂ ਵਾਪਰਦੀਆਂ ਕਿ ਪ੍ਰਵਾਸੀ ਆਪਦੀ ਹੋਣੀ ਨੂੰ ਮੰਨ ਲੈਂਦੇ ਕਿ ਹੁਣ ਅਸੀਂ ਬਾਹਰ ਹੀ ਰਹਿਣਾ। ਪਰ ਇਹ ਨਹੀਂ ਕਿ ਉਹਨਾਂ ਦਾ ਦੇਸ਼ ਨਾਲ ਮੋਹ ਟੁੱਟ ਜਾਂਦਾ, ਪਰ ਉਹਨਾਂ ਦਾ ਜਿਹੜਾ ਰੂਪ ਆ ਉਹ ਵੱਖਰਾ ਹੋ ਜਾਂਦਾ। ਇਹ ਵੀ ਕਿਹਾ ਜਾ ਸਕਦਾ ਕਿ ਬਹੁਤ ਸਾਰੀ ਕਵਿਤਾ ਅਜਿਹੀ ਹੈ ਕਿ ਜਿਹਦੇ ਵਿੱਚ ਉਸ ਤਰ੍ਹਾਂ ਦਾ ਪ੍ਰਵਾਸੀ ਅਨੁਭਵ ਨਹੀਂ ਹੈ ਸ਼ਾਮਲ, ਪਰ ਪ੍ਰਵਾਸ ਵਿੱਚ ਰਹਿ ਰਹੇ ਕਵੀ ਲਿਖਦੇ। ਪਰਮਿੰਦਰ ਸੋਢੀ ਹੋ ਗਿਆ ਜਾਪਾਨ ਵਿੱਚ, ਦੇਵ ਹੋ ਗਿਆ ਸਵਿਟਜ਼ਰਲੈਂਡ ਵਿੱਚ, ਇੰਗਲੈਂਡ ਦੇ ਵਿੱਚ ਦਲਵੀਰ ਕੌਰ ਹੋ ਗਈ, ਜਾਂ ਇਸੇ ਤਰ੍ਹਾਂ ਹੀ ਅਸੀਂ ਕਹੀਏ ਕਿ ਜੇ ਅਸੀਂ ਗੱਲ ਕਰਨੀ ਹੋਵੇ ਅਮਰੀਕਾ ਅਤੇ ਕੈਨੇਡਾ ਦੀ, ਤਾਂ ਉੱਥੇ ਵੀ ਜਿਹੜੀ ਨਵੀਂ ਕਵਿਤਾ ਲਿਖੀ ਜਾ ਰਹੀ ਹੈ, ਚਾਹੇ ਆਸਟ੍ਰੇਲੀਆ ਵਿੱਚ ਸਰਬਜੀਤ ਸੋਹੀ ਲਿਖ ਰਿਹਾ ਹੋਵੇ, ਉਹ ਕਵਿਤਾ ਇੱਕ ਉਹ ਕਵਿਤਾ ਹੈ ਕਿ ਜਿਹੜੀ ਲਿਖੀ ਤਾਂ ਵਿਦੇਸ਼ ਵਿੱਚ ਜਾ ਰਹੀ ਹੈ, ਲਿਖੀ ਤਾਂ ਵਿਦੇਸ਼ ਵਿੱਚ ਜਾ ਰਹੀ ਹੈ। ਜਾਂ ਲੰਡਨ ਬੈਠਾ ਰਜਿੰਦਰਜੀਤ ਕਵਿਤਾ ਲਿਖੀ ਤਾਂ ਵਿਦੇਸ਼ ਵਿੱਚ ਜਾ ਰਹੀ ਹੈ, ਪਰ ਜਿਹੜੀ ਉਹ ਕਵਿਤਾ ਹੈ ਉਹ ਦੇਸ਼ ਦੀਆਂ ਜਾਂ ਮਨੁੱਖ ਦੀਆਂ ਆਮ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਪੇਸ਼ ਕਰਦੀ ਹੈ। ਤਾਂ ਪ੍ਰਵਾਸੀਆਂ ਦੀ ਕਵਿਤਾ ਦੇ ਵਿੱਚ ਜਿਹੜੀ ਸਾਡੀ ਮੁੱਖ ਧਾਰਾ ਜਿਹਨੂੰ ਅਸੀਂ ਕਹਿੰਦੇ ਸੀ, ਉਸ ਦੀ ਕਵਿਤਾ ਵਰਗੀ ਹੀ ਕਵਿਤਾ ਜਾਂ ਉਹ ਵਿਸ਼ਿਆਂ ਨੂੰ ਹੀ ਅਪਣਾਉਣ ਦੀ ਕਵਿਤਾ ਇਸ ਸਮੇਂ ਲਿਖੀ ਜਾਣੀ ਸ਼ੁਰੂ ਹੋਈ ਆ। ਠੀਕ ਆ, ਉਹਨਾਂ ਦਾ ਰਹਿਣ ਸਥਾਨ ਵੱਖਰਾ, ਕੁਝ ਕਵਿਤਾਵਾਂ ਜਿਹੜੀਆਂ ਉਹ ਪ੍ਰਵਾਸੀ ਅਨੁਭਵ ਜਾਂ ਪਾਸ ਪ੍ਰਵਾਸੀ ਚੇਤਨਾ ਦੀਆਂ, ਪਰ ਕਾਫੀ ਜਿਹੜੀ ਕਵਿਤਾ ਹੈਗੀ ਆ ਉਹ ਆਮ ਕਵਿਤਾ ਹੀ ਲਿਖੀ ਜਾਣੀ ਸ਼ੁਰੂ ਹੋਈ। ਇੱਕ ਤਾਂ ਇਹਦੇ ਵਿੱਚ ਤਬਦੀਲੀ ਵਾਪਰਦੀ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਨਾਰੀ ਦੇ ਬਾਰੇ ਇਹ ਕਿ ਵੀ ਮੱਧਕਾਲ ਦੇ ਵਿੱਚ ਤਾਂ ਸਾਡੇ ਕੋਲ ਨਾਰੀ ਚੇਤਨਾ ਹੈ ਹੀ ਨਹੀਂ, ਜਾਂ ਨਾਰੀਆਂ ਦੀ ਲਿਖੀ ਸਾਹਿਤ ਹੈ ਹੀ ਨਹੀਂ। ਲੋਕ ਗੀਤਾਂ ਤੋਂ ਇਲਾਵਾ ਵੱਧ ਤੋਂ ਵੱਧ ਅਸੀਂ ਅਮਰਤਾ ਪ੍ਰੀਤਮ, ਪ੍ਰਭਜੋਤ ਕੌਰ ਦਾ ਨਾਂ ਲੈ ਸਕਦੇ ਹਾਂ। ਪਰ ਉਸ ਤੋਂ ਬਾਅਦ ਵੱਡੀ ਪੱਧਰ 'ਤੇ ਜਿਹੜੀਆਂ ਕਵਿਤਰੀਆਂ ਉਹ ਲਿਖਣ ਲੱਗਦੀਆਂ, ਚਾਹੇ ਉਹ ਸੁਖਵਿੰਦਰ ਸਖੀ ਹੋਵੇ, ਚਾਹੇ ਸੁਖਵਿੰਦਰ ਅੰਮ੍ਰਿਤ ਹੋਵੇ, ਚਾਹੇ ਉਹ ਪਾਲ ਕੌਰ ਹੋਵੇ। ਇੱਕ ਵੱਡਾ ਪੂਰ ਆਉਂਦਾ ਹੈਗਾ ਕਵਿਤਾ ਦੇ ਵਿੱਚ। ਪਰ ਕੁਝ ਸਮੇਂ ਤੋਂ ਹੁਣ ਕੁਝ ਸਮੇਂ ਦਾ ਤਾਂ ਇੱਕ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ ਕਿ ਜਿੰਨੇ ਕੁ ਪੁਰਸ਼ ਕਵੀ ਲਿਖ ਰਹੇ, ਲਗਭਗ ਉਨੀਆਂ ਹੀ ਨਾਰੀ ਜਾਂ ਔਰਤ ਕਵਿਤਰੀਆਂ ਵੀ ਹੋਂਦ ਵਿੱਚ ਆਈਆਂ, ਚਾਹੇ ਉਹ ਮਨਜੀਤ ਔਲਖ ਹੋਵੇ, ਚਾਹੇ ਨੀਤੂ ਅਰੋੜਾ ਹੋਵੇ, ਚਾਹੇ ਨੀਰੂ ਅਸੀਮ ਹੋਵੇ,
ਚਾਹੇ ਤਮੰਨਾ ਹੋਵੇ, ਇੱਕ ਬਹੁਤ ਵੱਡੀ ਪੱਧਰ 'ਤੇ ਜਿਹੜੀਆਂ ਕੁੜੀਆਂ ਭੁਪਿੰਦਰ ਕੌਰ ਹੋਵੇ, ਭੁਪਿੰਦਰ ਕੌਰ ਪ੍ਰੀਤ ਹੋਵੇ, ਮੈਂ ਕਿਹਾ ਇੱਕ ਵੱਡੀ ਪੱਧਰ 'ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ। ਤਾਂ ਜਿਹੜੀਆਂ ਹੁਣ ਕਵਿਤਾਵਾਂ ਲਿਖੀਆਂ ਜਾ ਰਹੀਆਂ, ਚਾਹੇ ਸੁਰਜੀਤ ਸਖੀ ਹੋਵੇ, ਉਹਨਾਂ ਕਵਿਤਾਵਾਂ ਦੀ ਜਿਹੜੀਆਂ ਕੁਛ ਖਾਸੀਅਤਾਂ ਹੈਗੀਆਂ। ਇੱਕ ਖਾਸੀਅਤ ਤਾਂ ਇਹ ਹੈਗੀ ਹੈ ਕਿ ਦੇਖੋ ਜਿਹੜਾ ਪਿਆਰ ਮੁਹੱਬਤ ਆ ਉਹ ਤਾਂ ਸਦੀਵੀ ਵਿਸ਼ਾ ਉਹ ਮੌਜੂਦ ਹੀ ਹੋਣਾ, ਪਰ ਇਸ ਸਮੇਂ ਜਿਹੜੀਆਂ ਔਰਤਾਂ ਹੈਗੀਆਂ ਉਹ ਸਮਾਜਿਕ ਸਮੱਸਿਆਵਾਂ ਨੂੰ ਅਤੇ ਆਪਣੀ ਹੋਂਦ ਦੀ ਸਮੱਸਿਆ ਨੂੰ, ਪਿਆਰ ਮੁਹੱਬਤ ਤੋਂ ਇਲਾਵਾ ਆਪਣੀ ਹੋਂਦ ਦੀ ਸਮੱਸਿਆ 'ਤੇ ਔਰਤਾਂ, ਚਾਹੇ ਸ਼ਸ਼ੀ ਸਮੁੰਦਰਾ ਹੋਵੇ, ਆਪਣੀ ਹੋਂਦ ਦੀ ਸਮੱਸਿਆ 'ਤੇ ਵੀ ਕਵਿਤਾਵਾਂ ਲਿਖ ਰਹੀਆਂ, ਨਾਲ ਦੀ ਨਾਲ ਹੀ ਸਮਾਜਿਕ ਸਮੱਸਿਆਵਾਂ 'ਤੇ ਵੀ ਕਵਿਤਾਵਾਂ ਲਿਖ ਰਹੀਆਂ। ਤਾਂ ਇੱਕ ਤਬਦੀਲੀ ਇਹ ਵੀ ਕਿ ਔਰਤਾਂ ਵੀ ਆਪਣਾ ਨਿੱਜੀ ਰੋਣਾ ਛੱਡ ਕੇ ਆਪਣੀ ਹੋਂਦ, ਔਰਤ ਹੋਂਦ ਵਜੋਂ ਅਤੇ ਸਮਾਜਿਕ ਸਮੱਸਿਆਵਾਂ ਦੋਵਾਂ ਨੂੰ ਇੱਕੋ ਜਿੰਨੀ ਤੀਬਰਤਾ ਦੇ ਨਾਲ ਲਿਖ ਰਹੀਆਂ ਨੇ, ਦਰਸਾ ਰਹੀਆਂ ਨੇ। ਔਰ ਇਸੇ ਹੀ ਸਮੇਂ ਜਿਹੜਾ ਹੈਗਾ ਅਸੀਂ ਕਹਿ ਸਕਦੇ ਹਾਂ ਕਿ ਦਲਿਤ ਚੇਤਨਾ ਦਾ ਆਭਾਰ ਹੁੰਦਾ ਹੈ। ਤੋ ਕੁਝ ਲੇਖਕ ਆ ਜਿਹੜੇ ਸਪਸ਼ਟ ਤੌਰ 'ਤੇ ਦਲਿਤ ਚੇਤਨਾ ਦੇ ਕਵੀ ਆਪਣੇ ਆਪ ਨੂੰ ਅਖਵਾਉਣਾ ਪਸੰਦ ਕਰਦੇ ਆ, ਪਰ ਬਹੁਤ ਸਾਰੇ ਕਵੀ ਆ ਉਹਨਾਂ ਦਾ ਪਿਛੋਕੜ ਦਲਿਤ ਪਿਛੋਕੜ ਹੈਗਾ, ਪਰ ਉਹਨਾਂ ਦੀ ਕਵਿਤਾ ਦੇ ਵਿੱਚ ਕਿਤੇ ਅੰਦਰ ਇਹ ਗੱਲ ਸਮਾਈ ਹੋਈ ਹੈ ਅਤੇ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਉਹ ਸਾਹਮਣੇ ਵੀ ਆਉਂਦੀ ਹੈ। ਉਹ ਚਾਹੇ ਬਲਵੀਰ ਮਾਧੋਪੁਰੀ ਹੋਵੇ, ਚਾਹੇ ਮਦਨ ਵੀਰਾ ਹੋਵੇ, ਚਾਹੇ ਗੁਰਮੀਤ ਕਲਰ ਮਾਜਰੀ ਹੋਵੇ, ਚਾਹੇ ਸਾਡੇ ਹੋਰ ਬਹੁਤ ਸਾਰੇ ਕਵੀ ਹੋਣ, ਚਾਹੇ ਸੁਖੀ ਹੋਵੇ, ਸੁਖਵਿੰਦਰ ਸੁਖੀ ਹੋਵੇ, ਉਹਨਾਂ ਦੀਆਂ ਸੰਤੋਖ ਸੁਖੀ ਹੋਵੇ, ਸੰਤੋਖ, ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਸਾਹਮਣੇ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਪੈਰਾਡਾਈਮ ਸ਼ਿਫਟ ਆਉਂਦਾ ਹੈ ਕਿ ਜਾਤ ਦੀ ਜਿਹੜੀ ਹੀਣਤ ਆ ਉਹ ਛੱਡੀ ਵੀ ਜਾਂਦੀ ਹੈ, ਪਰ ਉਸ ਨਾਲ ਜਿਹੜੇ ਜੁੜੇ ਹੋਏ ਦੁੱਖ ਨੇ ਉਹ ਪ੍ਰਗਟ ਵੀ ਕੀਤੇ ਜਾਂਦੇ ਆ, ਅਤੇ ਉਹਨਾਂ ਦਾ ਇੱਕ ਸੰਭਾਵੀ ਕਿਹਾ ਜਾ ਸਕਦਾ ਹੈ ਕਿ ਹੱਲ ਜਾਂ ਸੰਭਾਵੀ ਇੱਕ ਦਿਸ਼ਾ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਹ ਜਿਹੜੇ ਕਵੀ ਨੇ, ਜਿਵੇਂ ਪਹਿਲਾਂ ਪ੍ਰਵਾਸੀ ਕਵੀਆਂ ਬਾਰੇ ਕਿਹਾ ਗਿਆ, ਇਹ ਆਪਣੇ ਇਹਨਾਂ ਨਿੱਜੀ ਅਨੁਭਵਾਂ ਦੇ ਆਧਾਰ 'ਤੇ ਵੀ ਕਵਿਤਾ ਲਿਖ ਰਹੇ ਅਤੇ ਆਮ ਜਿਹੜੇ ਸਮਾਜਿਕ ਸਮੱਸਿਆਵਾਂ ਉਹਨਾਂ ਦੇ ਆਧਾਰ 'ਤੇ ਵੀ ਕਵਿਤਾ ਲਿਖ ਰਹੇ। ਤਾਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਨਾਰੀ ਚੇਤਨਾ ਦੀ, ਦਲਿਤ ਚੇਤਨਾ ਦੀ, ਪ੍ਰਵਾਸੀ ਚੇਤਨਾ ਦੀ, ਤਾਂ ਇਸੇ ਸਮੇਂ ਹੀ ਜਿਹੜੀ ਕਵਿਤਾ ਹੈਗੀ ਆ ਉਹ ਪੰਜਾਬੀ ਦੇ ਵਿੱਚ ਇਸ ਸਮੇਂ ਜਿਹੜੀ ਜ਼ਿਆਦਾ ਕਵਿਤਾ ਲਿਖੀ ਜਾ ਰਹੀ ਹੈ, ਕਿਹਾ ਜਾ ਸਕਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹੀ ਵੈਸੇ ਤਾਂ ਵਿਸ਼ੇ ਵਜੋਂ ਪੰਜਾਬ ਸੰਕਟ ਆ ਜਿਹੜਾ ਖੇਤੀ ਸੰਕਟ ਆ ਉਹਦੇ ਦੁਆਲੇ ਵੀ ਕਵਿਤਾਵਾਂ ਲਿਖੀਆਂ ਗਈਆਂ। ਵੈਸੇ ਕਿਸਾਨਾਂ ਬਾਰੇ, ਪਿੰਡਾਂ ਬਾਰੇ, ਖੇਤੀ ਬਾਰੇ ਕਵਿਤਾਵਾਂ ਤਾਂ ਝਨੀ ਰਾਮ ਚਾਤਰਕ ਤੋਂ ਲੈ ਕੇ ਪੂਰਨ ਸਿੰਘ ਤੋਂ ਲੈ ਕੇ ਮੋਹਨ ਸਿੰਘ ਤੋਂ ਲੈ ਕੇ ਪਾਸ਼ ਤੱਕ ਨਿਰੰਤਰ ਲਿਖੀਆਂ ਜਾਂਦੀਆਂ ਰਹੀਆਂ ਹੈਗੀਆਂ, ਪਰ ਇਸ ਸਮੇਂ ਦੌਰਾਨ ਕਿਸਾਨਾਂ ਦੀ ਜਿਹੜੀ ਖੁਦਕਸ਼ੀ ਦਾ ਵਿਸ਼ਾ ਉਹ ਮੁੱਖ ਰੂਪ ਦੇ ਵਿੱਚ ਅੱਗੇ ਆਉਂਦਾ ਹੈਗਾ। ਤਾਂ ਕਿਸਾਨਾਂ ਦਾ ਜਿਹੜਾ ਦੁੱਖ ਦਰਦ ਹੈਗਾ ਉਹ ਚਾਹੇ ਪਾਸ਼ ਤੋਂ ਬਾਅਦ ਦੀ ਜਿਹੜੀ ਪੀੜ੍ਹੀ ਹੈਗੀ ਆ ਉਹ, ਕਿਉਂਕਿ ਪਾਸ਼ ਇੱਕ ਤਰ੍ਹਾਂ ਦਾ ਕਿਸਾਨੀ ਦਾ ਪ੍ਰਤੀਨਿਧ ਕਵੀ ਬਣ ਗਿਆ ਸੀਗਾ, ਉਸ ਤੋਂ ਬਾਅਦ ਵੀ ਕਵੀਆਂ ਨੇ ਇਸ ਵਿਸ਼ੇ ਨੂੰ ਕਵਿਤਾ ਦੇ ਅਧੀਨ ਲਿਆਂਦਾ, ਅਤੇ ਉਹਨਾਂ ਦਾ ਚਾਹੇ ਉਹ ਕੁਲਵੰਤ ਔਜਲਾ ਹੋਵੇ ਕਿ ਕਿਸ ਤਰ੍ਹਾਂ ਉਹ ਕਿਸਾਨੀ ਜੀਵਨ ਦੀ ਜਿਹੜਾ ਜੀਵਨ ਜਾਚ ਆ ਉਹਨੂੰ ਪੇਸ਼ ਕਰਦੇ ਆ। ਇਸੇ ਸਮੇਂ ਇੱਕ ਕਿਹਾ ਜਾ ਸਕਦਾ ਕਿ ਜਿਵੇਂ ਸੁਖਵਿੰਦਰ ਅੰਮ੍ਰਿਤ ਵਰਗੀ ਵੀ ਜਿਹੜੀ ਹੈ ਕਿਸਾਨੀ ਸੰਕਟ ਦੇ ਉੱਤੇ, ਮੈਂ ਕਿ ਖੇਤੀ ਸੰਕਟ ਦੇ ਉੱਤੇ ਜਾਂ ਇਹ ਅੰਦੋਲਨ ਦੇ ਸੰਬੰਧੀ ਕਵਿਤਾਵਾਂ ਲਿਖਦੀ ਹੈ। ਸੁਰਜੀਤ ਪਾਤਰ ਦੀਆਂ ਕਵਿਤਾਵਾਂ ਆਉਂਦੀਆਂ, ਤਾਂ ਇਹ ਇੱਕ ਸਮਾਂ ਹੈ ਕਿ ਜਿਵੇਂ ਪਹਿਲਾਂ ਕਿਸੇ ਸਮੇਂ ਪੰਜਾਬ ਸੰਕਟ ਕੇਂਦਰ 'ਚ ਆ ਜਾਂਦਾ ਸੀ, ਇਸੇ ਸਮੇਂ ਹੁਣ ਖੇਤੀ ਸੰਕਟ ਕੇਂਦਰ 'ਚ ਆਇਆ ਹੋਇਆ ਕਿ ਖੇਤੀ ਦੇ ਆਲੇ ਦੁਆਲੇ ਕਵਿਤਾਵਾਂ ਲਿਖੀਆਂ ਜਾ ਰਹੀਆਂ। ਲਗਭਗ ਸਾਰੇ ਹੀ ਸਥਾਪਿਤ ਕਵੀਆਂ ਨੇ ਖੇਤੀ ਦੇ ਸਮੱਸਿਆ ਦੇ ਦੁਆਲੇ ਜਾਂ ਕਿਸਾਨ ਅੰਦੋਲਨ ਦੇ ਦੁਆਲੇ ਜਾਂ ਖੁਦਕਸ਼ੀਆਂ ਦੇ ਦੁਆਲੇ ਕਵਿਤਾਵਾਂ ਲਿਖੀਆਂ ਹੈਗੀਆਂ, ਚਾਹੇ ਧਰਮ ਕੰਮਿਆਣਾ ਹੋਵੇ। ਇਸੇ ਹੀ ਸਮੇਂ ਜਿੱਥੇ ਇਹ ਸਾਰਾ ਕੁਝ ਚੱਲ ਰਿਹਾ ਉੱਥੇ ਇੱਕ ਰੁਝਾਨ ਚੱਲ ਰਿਹਾ, ਉਹ ਰੁਝਾਨ ਚੱਲ ਰਿਹਾ ਹੈਗਾ ਕਿ ਜਿਹੜਾ ਸਾਡੀ ਪੇਂਡੂ ਰਹਿਤਲ ਹੈਗੀ ਹੈ ਉਹਨੂੰ ਇੱਕ ਹੋਰ ਪੜਾਅ 'ਤੇ ਉਹਦੀ ਮਿੱਥ ਸਿਮਰਨਾ ਕੀਤੀ ਜਾ ਰਹੀ ਹੈ, ਜਾਂ ਜਿਹੜੀ ਸਾਡੀ ਪੁਰਾਣਾ ਸੱਭਿਆਚਾਰ ਹੈਗਾ ਉਸ ਨੂੰ ਅਚਿਆਉਂਦੀਆਂ, ਉਸ ਨੂੰ ਵਿਆਖਿਆ ਦਿੰਦੀਆਂ ਕਵਿਤਾਵਾਂ ਵੀ ਸਾਹਮਣੇ ਆ ਰਹੀਆਂ, ਜਿਹੜੀਆਂ ਬਹੁਤ ਹੀ ਬੌਧਿਕ ਪੱਧਰ 'ਤੇ ਇਹਨਾਂ ਚੀਜ਼ਾਂ ਨੂੰ ਦਰਸਾਉਂਦੀਆਂ ਸੀ। ਅਮਰਜੀਤ ਚੰਦਨ ਦੀਆਂ ਬਾਅਦ ਦੀਆਂ ਕਵਿਤਾਵਾਂ, ਪਿਛਲੇ ਦੌਰ ਦੀਆਂ ਕਵਿਤਾਵਾਂ ਦੇਖੀਆਂ ਜਾ ਸਕਦੀਆਂ, ਈਸ਼ਵਰ ਦਿਆਲ ਗੌੜ ਦੀਆਂ ਕਵਿਤਾਵਾਂ ਦੇਖੀਆਂ ਜਾ ਸਕਦੀਆਂ, ਖਾਸ ਕਰਕੇ ਸੁਰਮੇਦਾਨੀ, ਉਹਦਾ ਛੰਨਾ। ਪਰ ਇਸੇ ਸਮੇਂ ਹੀ ਇੱਕ ਨਵਾਂ ਮੁੰਡਾ ਆਉਂਦਾ ਹੈਗਾ
ਹਰਜੀਤ ਹਰਮਨ ਗੀਤ ਵੀ ਲਿਖਦਾ ਤੇ ਕਵਿਤਾਵਾਂ ਵੀ ਲਿਖਦਾ। ਤਾਂ ਇਹ ਜਿਹੜੀਆਂ ਮੈਂ ਕੁਝ ਗੱਲਾਂ ਕੀਤੀਆਂ, ਇਹ ਤੁਹਾਡੇ ਨਾਲ ਗੱਲਾਂ ਕੀਤੀਆਂ ਕਿ ਇਸ ਵੇਲੇ ਪੰਜਾਬੀ ਕਵਿਤਾ ਦੇ ਵਿਸ਼ੇ ਕਿਹੋ ਜਿਹੇ ਨੇ। ਇਸੇ ਸਮੇਂ ਮੈਂ ਇਹ ਵੀ ਇੱਕ ਵੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਬਜ਼ੁਰਗੀ ਦਾ ਅਨੁਭਵ, ਜਿਹਨੂੰ ਮੈਂ ਬਿਰਧ ਕਾਵ ਕਹਿੰਦਾ, ਬਿਰਧ ਕਾਵ, ਉਹ ਵੀ ਲਿਖਿਆ ਗਿਆ। ਜਿਸ ਤਰ੍ਹਾਂ ਮੈਂ ਕਿ ਹਾਂਸ, ਸਰਜੀਤ ਹਾਂਸ ਨੇ ਕੁਝ ਇਸ ਕਿਸਮ ਦੀਆਂ ਕਵਿਤਾਵਾਂ ਲਿਖੀਆਂ ਸੀਗੀਆਂ। ਹੁਣ ਤਾਂ ਉਹ ਇਸ ਦੁਨੀਆ ਤੋਂ ਚਲੇ ਗਏ, ਪਰ ਉਹਨਾਂ ਨੇ ਕੁਛ ਇਸ ਕਿਸਮ ਦਾ ਅਨੁਭਵ ਨੂੰ ਵੀ ਪੇਸ਼ ਕੀਤਾ ਸੀ। ਇਸੇ ਸਮੇਂ ਜੇ ਇਹ ਤਾਂ ਹੁਣ ਅਸੀਂ ਗੱਲਾਂ ਕੀਤੀਆਂ ਲਹਿਰਾਂ ਦੇ ਆਧਾਰ 'ਤੇ ਜਾਂ ਵਿਸ਼ਿਆਂ ਦੇ ਆਧਾਰ 'ਤੇ, ਪਰ ਇਸੇ ਸਮੇਂ ਜਿਹੜੀ ਗੱਲ ਵਾਪਰੀ ਪੱਧਰ 'ਤੇ ਵਾਪਰੀ ਕਿ ਰੂਪ ਪੱਖੋਂ ਕੀ ਤਬਦੀਲੀ ਆਈ, ਤਾਂ ਬਿਨਾਂ ਸ਼ੱਕ ਪੰਜਾਬੀ ਦੇ ਵਿੱਚ ਆਰੰਭਕ ਸਮੇਂ ਜਦੋਂ ਗਜ਼ਲ ਆਈ ਸੀ ਤਾਂ ਗਜ਼ਲ ਨੂੰ ਉਹਨਾਂ ਜੀ ਆਇਆਂ ਨਹੀਂ ਆਖਿਆ ਗਿਆ। ਹਾਲਾਂਕਿ ਬਾਬਾ ਬਲਵੰਤ ਤੇ ਮੋਹਨ ਸਿੰਘ ਵਰਗਿਆਂ ਨੇ ਵੀ ਗਜ਼ਲਾਂ ਲਿਖੀਆਂ ਸੀ, ਪਰ ਬਹੁਤੀ ਪ੍ਰਵਾਨਗੀ ਨਹੀਂ ਹੋਈ ਸੀ। ਕੁਝ ਸਮਾਂ ਤਾਂ ਭਾਵਾਂ ਪਰੰਪਰਾਗਤ ਤੌਰ 'ਤੇ ਸਾਧੂ ਸਿੰਘ ਹਮਦਰਦ, ਤਖਤ ਸਿੰਘ ਹੋਰੀ ਇਸ ਨੂੰ ਸਥਾਪਿਤ ਕਰਨ ਦੇ ਵਿੱਚ ਲੱਗੇ ਹੋਏ ਸੀਗੇ, ਪਰ ਇਹ ਥੋੜ੍ਹਾ ਜਿਹਾ ਵਿਅੰਗ ਦਾ ਕਾਰਨ ਬਣ ਜਾਂਦੀ ਹੈ। ਇੱਥੋਂ ਤੱਕ ਕਿ ਪਾਤਰ ਸਾਹਿਬ ਆਪਣੀ ਪਹਿਲੀ ਕਿਤਾਬ ਦੀ ਭੂਮਿਕਾ ਵਿੱਚ ਇਹਦੇ ਪ੍ਰਤੀ ਦਚਿੱਤੀ ਆਪਦੀ ਜ਼ਾਹਰ ਕਰਦੇ ਨੇ। ਤਾਂ ਪਾਤਰ ਭਾਜੀ ਫੜੇ ਗਏ, ਗਜ਼ਲ ਲਿਖਦੇ ਵੀ ਫੜੇ ਜਾਂਦੇ ਬੰਦੇ, ਪਰ ਬਾਅਦ ਦੇ ਵਿੱਚ ਗਜ਼ਲ ਦੀ ਮਕਬੂਲੀਅਤ ਇੰਨੀ ਹੋਈ, ਜਗਤਾਰ, ਪਾਤਰ, ਇਹਨਾਂ ਦੀ ਮਿਹਨਤ ਦੇ ਨਾਲ ਪੰਜਾਬੀ ਗਜ਼ਲ ਇੱਕ ਆਪਣਾ ਮਕਾਮ ਹਾਸਲ ਕਰਦੀ। ਜੇ ਅਸੀਂ ਰੂਪ ਪੱਖੋਂ ਦੇਖੀਏ ਤਾਂ ਇਸ ਸਮੇਂ ਪੰਜਾਬੀ ਗਜ਼ਲ ਕਿ ਲਿਖੀ ਵੀ ਜਾ ਰਹੀ ਹੈ, ਪ੍ਰਵਾਨ ਵੀ ਹੋ ਰਹੀ ਹੈ, ਅਤੇ ਉਹਦੇ ਵਿਸ਼ੇ ਵੀ ਬੜੇ ਵੰਨ ਸੁਵੰਨੇ ਹੋ ਰਹੇ ਹਨ। ਬਹੁਤ ਸਾਰੇ ਨਾਂ ਨੇ, ਚਾਹੇ ਜਸਵਿੰਦਰ ਹੋਵੇ, ਚਾਹੇ ਗੁਰਤੇਜ ਕਹਾਰਵਾਲਾ ਹੋਵੇ, ਚਾਹੇ ਬਰਜਿੰਦਰ ਚੌਹਾਨ ਹੋਵੇ, ਚਾਹੇ ਸੁਖਵਿੰਦਰ ਸਖੀ ਹੋਵੇ, ਚਾਹੇ ਸੁਖਵਿੰਦਰ ਅੰਮ੍ਰਿਤ ਹੋਵੇ, ਚਾਹੇ ਵਿਜੇ ਵਿਵੇਕ ਹੋਵੇ, ਚਾਹੇ ਕਵਿੰਦਰ ਚਾਂਦ ਹੋਵੇ, ਚਾਹੇ ਇੱਕ ਲੰਮੀ ਲੜੀ ਆ ਕਿ ਜਿਨ੍ਹਾਂ ਨੇ, ਚਾਹੇ ਰਜਿੰਦਰਜੀਤ ਹੋਵੇ, ਕਿ ਜਿਨ੍ਹਾਂ ਨੇ ਗਜ਼ਲ ਨੂੰ ਇੱਕ ਤਰ੍ਹਾਂ ਦਾ ਸਥਾਪਿਤ ਕੀਤਾ, ਜਾਂ ਕਹਿ ਲਓ ਕਿ ਗਜ਼ਲ ਨੂੰ ਪ੍ਰਵਾਨਗੀ ਦਿੱਤੀ, ਜਾਂ ਕਹਿ ਲਓ ਗਜ਼ਲ ਵਿੱਚ ਨਵੇਂ ਪ੍ਰਯੋਗ ਕੀਤੇ। ਬਹੁਤ ਸਾਰੇ ਨਾਂ ਹੈ ਜਿਹੜੇ ਹੋਰ ਵੀ ਲੈ ਜਾ ਸਕਦੇ, ਪਰ ਨਾਵਾਂ ਦੀ ਬਜਾਏ ਆਪਾਂ ਇਹ ਵੇਖਣਾ ਚਾਹੁੰਦੇ ਹਾਂ ਕਿ ਇਹਨਾਂ ਪੰਜਾਬੀ ਗਜ਼ਲ ਦੇ ਵਿੱਚ ਇਹ ਕੀ ਹੈ। ਤਾਂ ਪਹਿਲੀ ਗੱਲ ਤਾਂ ਇਹ ਕਿ ਪੰਜਾਬੀ ਗਜ਼ਲ ਹੁਣ ਪੂਰੀ ਤਰ੍ਹਾਂ ਪੰਜਾਬੀ ਗਜ਼ਲ ਬਣ ਚੁੱਕੀ ਹੈਗੀ ਹੈ। ਇਸ ਨੇ ਜਿਹੜੀ ਸ਼ਬਦਾਵਲੀ ਆ ਫਾਰਸੀ ਦੀ ਜਾਂ ਉਰਦੂ ਦੀ ਸ਼ਬਦਾਵਲੀ ਅਤੇ ਉਹਦੀ ਬਿੰਬਾਵਲੀ ਦਾ ਪੂਰਨ ਰੂਪ 'ਚ ਹੀ ਲਗਭਗ ਤਿਆਗ ਕਰ ਦਿੱਤਾ ਹੈ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਇਹ ਪੰਜਾਬੀ ਗਜ਼ਲ ਹੈਗੀ ਆ, ਉਸ ਵਿੱਚ ਜਿਹਨੂੰ ਕਹਿੰਦੇ ਆ ਕਿ ਨਿਸ਼ਚੇ ਹੀ, ਮੈਂ ਕਿਸੇ ਹੋਰ ਲੈਕਚਰ ਦੇ ਵਿੱਚ ਵੀ ਕਿਹਾ ਕਿ ਗਜ਼ਲ ਦਾ ਜਿਹੜਾ ਇੱਕ ਮੁੱਖ ਹੁੰਦੀ ਗੱਲ ਉਹ ਹੁੰਦਾ ਦਵੰਦ। ਦਵੰਦ ਦੇ ਨਾਲ ਨਾਲ ਇਸ ਦੇ ਵਿੱਚ ਲੰਮੀ ਗਜ਼ਲ ਲਿਖਣ ਦਾ ਤਜਰਬੇ ਵੀ ਹੋ ਰਹੇ, ਜਗਵਿੰਦਰ ਜੋਧੇ ਨੇ ਕੀਤਾ ਕਿ ਇੱਕੋ ਵਿਸ਼ੇ ਨੂੰ ਲੈ ਕੇ ਮੁਸਲਸਲ ਗਜ਼ਲ ਲਿਖਣ ਦੇ, ਮੁਸਲਸਲ ਗਜ਼ਲ ਵੀ ਹੁਣ ਦੁਹਰਾਈ ਜਾ ਰਹੀ ਹੈ, ਮੁਸਲਸਲ ਗਜ਼ਲ ਵੀ ਲਿਖੀ ਜਾ ਰਹੀ ਹੈ। ਗਜ਼ਲ ਵਿੱਚ ਕਿਹਾ ਜਾ ਸਕਦਾ ਕਿ ਨਵੇਂ ਪ੍ਰਯੋਗ ਕੀਤੇ ਜਾ ਰਹੇ। ਤਾਂ ਗਜ਼ਲ ਦੇ ਵਿੱਚ ਇਹ ਕਿ ਜਿਵੇਂ ਹੁਣ ਇੱਕ ਨਵੀਂ ਗੱਲ ਹੈਗੀ ਹੈ ਕਿ ਆਮ ਕਰਕੇ ਤੇ ਕਿਹਾ ਜਾਂਦਾ ਕਿ ਗਜ਼ਲ ਦੇ ਵਿੱਚ ਜਿਹੜੀ ਫਾਰਸੀ ਦੀ ਗਜ਼ਲ ਸੀਗੀ ਜਾਂ ਉਰਦੂ ਵਾਲੇ ਵੀ ਇਸ ਨੂੰ ਨਿਭਾਉਂਦੇ ਸੀਗੇ ਕਿ ਗਜ਼ਲ ਵਿੱਚ ਲਿੰਗਕ ਪ੍ਰਗਟਾ ਨਹੀਂ ਹੋਣਾ ਚਾਹੀਦਾ, ਇਹ ਲਿੰਗ ਨਹੀਂ ਜ਼ਾਹਰ ਹੋਣਾ ਚਾਹੀਦਾ ਕਿ ਕੌਣ ਕਿਹਨੂੰ ਸੰਬੋਧਨ ਕਰ ਰਿਹਾ, ਔਰਤ ਜਾਂ ਮਰਦ ਕਿਹਨੂੰ ਕੀ ਸੰਬੋਧਨ ਕਰ ਰਿਹਾ ਹੈ। ਇਸ ਕਰਕੇ ਉਹ ਕਹਿੰਦੇ ਕਿ ਵੀ ਜਿਹੜੀ ਚੋਟੀ, ਚੁੰਨਰੀ, ਸੇਲੀ ਜਾਂ ਪੱਗ, ਇਹਨਾਂ ਸ਼ਬਦਾਂ ਦਾ ਪ੍ਰਯੋਗ ਉਹ ਕਰਦੇ ਨਹੀਂ ਸੀ। ਪਰ ਆਧੁਨਿਕ ਜਿਹੜੀ ਗਜ਼ਲ ਹੈਗੀ ਆ ਉਹ ਇਸ ਤਰ੍ਹਾਂ ਦੇ ਬੰਧਨਾਂ ਨੂੰ ਨਹੀਂ ਮੰਨਦੀ, ਸਮਕਾਲੀ ਜਿਹੜੀ ਗਜ਼ਲ ਹੈ ਇਸ ਕਿਸਮ ਦੇ ਬੰਧਨਾਂ ਨੂੰ ਨਹੀਂ ਮੰਨਦੀ। ਤਾਂ ਗਜ਼ਲ ਦੇ ਨਾਲ ਹੀ ਇਹ ਕਿ ਕੁਝ ਲੋਕ ਆ ਜਿਹੜੇ ਗਜ਼ਲ ਬਹੁਤ ਹੀ ਕਸ਼ੀਦ ਕੇ, ਬਹੁਤ ਹੀ ਕਹਿ ਸਕਦੇ ਹਾਂ ਕਿ ਸਮੇਂ ਬਾਅਦ ਲਿਖਦੇ ਆ, ਬਹੁਤ ਥੋੜ੍ਹਾ ਲਿਖਦੇ। ਜਿਵੇਂ ਵਿਜੇ ਵਿਵੇਕ ਅਤੇ ਗੁਰਤੇਜ ਕਹਾਰਵਾਲਾ ਬਾਰੇ ਕਿਹਾ ਜਾਂਦਾ ਕਿ ਉਹ ਗਜ਼ਲ ਦਾ ਕਿ ਇੱਕ ਸ਼ੇਅਰ ਕਈ ਮਹੀਨਿਆਂ ਬਾਅਦ ਆਉਂਦਾ ਹੈਗਾ। ਤਾਂ ਪਰ ਇਹ ਕਿ ਗਜ਼ਲ ਦਾ ਇਹਦੇ ਨਾਲ ਮਿਆਰ ਬਣ ਰਿਹਾ ਹੈਗਾ। ਫਿਰ ਇਹ ਕਿ ਗਜ਼ਲ ਦੇ ਜਿਹੜੇ ਪਰੰਪਰਕ ਜਿਹੜੇ ਮਾਪਦੰਡ ਸੀਗੇ ਉਹਨਾਂ ਬਾਰੇ ਬਹੁਤੀ ਗੱਲ ਨਹੀਂ ਹੁੰਦੀ। ਹਾਲਾਂਕਿ ਜਿਹੜੀ ਗਜ਼ਲ ਦੀ ਰੂਪਕ ਪੱਖ ਤੋਂ, ਬਹਿਰਾਂ ਦੇ ਪੱਖ ਤੋਂ ਪਕਿਆਈ ਅਤੇ ਪੰਜਾਬੀ ਵਿੱਚ ਜਿਹੜੀ ਢਲਾਈ ਆ ਉਹ ਪਿਛਲੇ ਸਮੇਂ ਦੇ ਵਿੱਚ ਵਧੇਰੇ ਹੋਈ ਹੈਗੀ ਹੈ। ਉਹ ਚਾਹੇ ਜਸਪਾਲ ਘਈ ਦੀਆਂ ਅਸੀਂ ਗਜ਼ਲਾਂ ਦੇਖ ਲਈਏ ਤਾਂ ਉਹਦੇ ਵਿੱਚ ਰੂਪਕ ਪੱਖ ਤੋਂ ਪਕਿਆਈ ਆਈ ਹੈਗੀ ਹੈ। ਇਸ ਸਮੇਂ ਹੀ ਕੁਝ ਨਵੇਂ ਪ੍ਰਯੋਗ ਵੀ ਹੋਏ ਕਿ ਕੁਝ ਨਵੀਆਂ ਜਿਹੜੀਆਂ ਵਿਧਾਵਾਂ ਉਹ ਪੰਜਾਬੀ ਦੇ ਵਿੱਚ ਆਈਆਂ ਜਾਂ ਉਹ ਪ੍ਰਵਾਨ ਹੋਈਆਂ ਜਾਂ ਕੁਝ ਲੋਕਾਂ ਨੇ ਉਹਨੂੰ ਅਪਣਾਇਆ, ਜਿਸ ਤਰ੍ਹਾਂ ਹਾਈਕੂ ਇੱਕ ਵਿਧਾ ਦੇ ਵਜੋਂ। ਤਾਂ ਇਹ ਜਦੋਂ ਅਸੀਂ ਸਮਕਾਲੀ ਪੰਜਾਬੀ ਕਵਿਤਾ ਦਾ ਕੋਈ ਟਰੈਂਡ ਨਿਰਧਾਰਿਤ ਕਰਨਾ ਹੈ, ਜਦੋਂ ਅਸੀਂ ਉਹਦਾ ਇੱਕ ਕਿਹਾ ਜਾ ਸਕਦਾ ਹੈ ਕਿ ਅਸੀਂ ਵੇਖੀ ਕਿ ਉਹਦੇ ਵਿੱਚ ਕੀ ਹੈ, ਤਾਂ ਰੰਗ ਬਰੰਗਤ ਹੈ, ਵਿਸ਼ਿਆਂ ਪੱਖੋਂ ਵੀ, ਰੂਪ ਪੱਖੋਂ ਵੀ, ਅਤੇ ਇਹਦੇ ਨਾਲ ਹੀ
ਜਿਹਨੂੰ ਕਹਿ ਸਕਦੇ ਹਾਂ ਕਿ ਇਸ ਸਮੇਂ ਪੰਜਾਬੀ ਦੇ ਵਿੱਚ ਜੇ ਅਸੀਂ ਪਾਤਰ ਸਾਹਿਬ ਨੂੰ ਛੱਡ ਦਈਏ ਤਾਂ ਕੋਈ ਕਲਟ ਫਿਗਰ ਵੀ ਨਹੀਂ ਬਣ ਰਹੀ ਕਿ ਜਿਵੇਂ ਕਿਸੇ ਵੇਲੇ ਸ਼ਿਵ ਬਣਿਆ ਸੀ, ਜਿਵੇਂ ਕਿਸ ਸਮੇਂ ਪਾਸ਼ ਬਣਿਆ ਸੀ, ਉਸ ਤਰ੍ਹਾਂ ਦੀ ਹੁਣ ਇਸ ਵੇਲੇ ਕਲਟ ਫਿਗਰ ਵੀ ਪੰਜਾਬੀ, ਜਾਂ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਸੀ, ਜਾਂ ਅੰਮ੍ਰਿਤਾ ਪ੍ਰੀਤਮ ਦੀ ਇੱਕ ਕਲਟ ਸੀ। ਤਾਂ ਇਸ ਸਮੇਂ ਵੰਨ ਸਵੰਨਤ ਹੈ ਪੰਜਾਬੀ ਗਜ਼ਲ ਦੇ ਵਿੱਚ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਹੈ ਨਾ ਕਿ ਇਸ ਸਮੇਂ ਕੋਈ ਕਲਟ ਫਿਗਰ ਨਹੀਂ ਬਣ ਰਹੀ। ਚੰਗੀ ਗੱਲ ਹੈ ਵੈਸੇ ਕਿ ਇਹਦੇ ਨਾਲ ਵੰਨ ਸਵੰਨਤ ਆ ਰਹੀ ਹੈ, ਚੰਗੀ ਗੱਲ ਹੈ ਕਿ ਇਹਦੇ ਨਾਲ ਵੱਖਰੇ ਵੱਖਰੇ ਤਰ੍ਹਾਂ ਦੇ ਵਿਚਾਰ, ਵੱਖਰੇ ਵੱਖਰੇ ਤਰ੍ਹਾਂ ਦੇ ਵਿਸ਼ੇ, ਵੱਖਰੇ ਵੱਖਰੇ ਤਰ੍ਹਾਂ ਦੇ ਰੂਪ ਆ ਰਹੇ ਆ। ਪਰ ਇੱਕ ਇਹ ਵੀ ਗੱਲ ਹੈਗੀ ਹੈ ਕਿ ਇਸ ਸਮੇਂ ਕਿਹਾ ਜਾਂਦਾ ਹੈ ਕਿ ਜਿਹੜੀ ਪੰਜਾਬੀ ਕਵਿਤਾ ਹੈ ਉਹ ਅੰਤਰਮੁਖਤਾ ਵੱਲ ਵਧੀ ਹੈ। ਮੈਨੂੰ ਲੱਗਦਾ ਹੈ ਕਿ ਇਹ ਗੱਲ ਵੀ ਥੋੜ੍ਹੀ ਜਿਹੀ ਵਧਾਈ ਹੋਈ ਹੈ ਕਿ ਇੱਕ ਸਿਧਾਂਤ ਬਣਾ ਲਿਆ ਕਿ ਪਹਿਲਾਂ ਜੀਵਨ ਸਮੂਹਕ ਸੀ, ਹੁਣ ਵਿਅਕਤੀਗਤ ਹੁੰਦਾ ਜਾਂਦਾ। ਮੈਨੂੰ ਲੱਗਦਾ ਕਿ ਦੋਹਾਂ ਤਰ੍ਹਾਂ ਦੇ ਜਿਹੜੀਆਂ ਹੈਗੀਆਂ ਧਾਰਾਵਾਂ ਜਾਂ ਦੋਹਾਂ ਤਰ੍ਹਾਂ ਦੇ ਵਿਚਾਰ ਹੀ ਉਹ ਨਾਲੋਂ ਨਾਲ ਚੱਲਦੇ ਰਹਿੰਦੇ ਆ। ਇੱਕ ਇਹ ਗੱਲ ਵੀ ਕਹੀ ਜਾਂਦੀ ਹੈਗੀ ਹੈ ਕਿ ਇਸ ਸਮੇਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਹੁਤੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ। ਮੈਨੂੰ ਲੱਗਦਾ ਕਿ ਇਹ ਧਾਰਨਾ ਵੀ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ। ਜਿਸ ਸਮੇਂ ਗਦਰੀ ਕਾਵਿ, ਬੱਬਰੀ ਕਾਵਿ ਅਤੇ ਰਾਸ਼ਟਰਵਾਦੀ ਕਾਵਿ ਰਚਿਆ ਜਾ ਰਿਹਾ ਸੀ, ਉਸੇ ਸਮੇਂ ਭਾਈ ਵੀਰ ਸਿੰਘ ਵਰਗੇ ਉਦੋਂ ਵੀ ਅੰਤਰਮੁਖਤਾ ਦੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ ਸੀਗੀਆਂ। ਸੋ ਇਸ ਤਰ੍ਹਾਂ ਮੇਰਾ ਖਿਆਲ ਆ ਕਿ ਵੰਡ ਕਰਨੀ ਸ਼ਾਇਦ ਬਹੁਤੀ ਵਾਜਬ ਨਹੀਂ ਹੁੰਦੀ, ਜ਼ਿਆਦਾ ਠੀਕ ਨਹੀਂ ਆ। ਦੋਵੇਂ ਤਰ੍ਹਾਂ ਦੀਆਂ ਧਾਰਾਵਾਂ, ਦੋਵੇਂ ਤਰ੍ਹਾਂ ਦੀਆਂ ਪਰੰਪਰਾਵਾਂ ਨਾਲੋਂ ਨਾਲ ਚੱਲ ਰਹੀਆਂ। ਹਾਂ, ਵੱਖਰੇ ਵੱਖਰੇ ਪ੍ਰਯੋਗ ਜ਼ਰੂਰ ਹੋ ਰਹੇ ਹੈ। ਉਹਨਾਂ ਵਿੱਚੋਂ ਇੱਕ ਪ੍ਰਯੋਗ ਹੈਗਾ ਕਿ ਜਿਸ ਤਰ੍ਹਾਂ ਸਵਾਮੀ ਅੰਤਰਨਿਰਭਰ ਪਹਾੜੀ ਇਲਾਕੇ ਦਾ, ਜੰਮੂ ਇਲਾਕੇ ਦਾ, ਕਸ਼ਮੀਰ ਇਲਾਕੇ ਦਾ ਆਪਣੀ ਬੋਲੀ ਦੇ ਵਿੱਚ ਬੜੀਆਂ ਖੂਬਸੂਰਤ ਵੱਖਰੇ ਢੰਗ ਦੀ ਨਜ਼ਮ ਲਿਖ ਰਿਹਾ ਹੈ, ਜਿਹਦੇ ਵਿੱਚ ਕਹਾਣੀ ਵੀ ਹੁੰਦੀ ਹੈ, ਬਰਤਾਂਤ ਵੀ ਹੁੰਦਾ, ਸੰਗੀਤ ਵੀ ਹੁੰਦਾ, ਖੁੱਲ੍ਹੀ ਕਵਿਤਾ ਵੀ ਹੈ, ਰਿਦਮ ਵੀ ਹੈਗਾ ਪਰ ਖੁੱਲ੍ਹੀ ਕਵਿਤਾ, ਪੇਂਡੂ ਜੀਵਨ ਦੀ ਕਵਿਤਾ ਵੀ ਹੈ ਪਰ ਪਹਾੜੀ ਪੇਂਡੂ ਜੀਵਨ ਦੀ ਕਵਿਤਾ ਹੈਗੀ। ਸੋ ਇਸ ਤਰ੍ਹਾਂ ਦੇ ਬਹੁਤ ਨਵੇਂ ਪ੍ਰਯੋਗ ਵੀ ਹੋ ਰਹੇ ਆ। ਹਰਮਨ ਵੱਖਰੇ ਤਰ੍ਹਾਂ ਦਾ ਪ੍ਰਯੋਗ ਕਰ ਰਿਹਾ ਹੈ। ਪੁਰਾਣੇ ਜਿਹੜੇ ਸਾਡੇ ਕਵੀ ਨੇ, ਜਾਂ ਜਿਹਨਾਂ ਨੂੰ ਕਹਿ ਸਕਦਾ ਕਿ ਇਸ ਵੇਲੇ ਜਿਹੜੇ 60 ਤੋਂ ਉੱਪਰ ਕਵੀ ਨੇ, 60 ਤੋਂ ਉਮਰ 60 ਤੋਂ ਉੱਪਰ ਦੇ ਜਿਹੜੇ ਕਵੀ ਉਹ ਵੀ ਕਈ ਵਾਰੀ ਬਹੁਤ ਖੂਬਸੂਰਤ ਕਵਿਤਾਵਾਂ ਸਮਕਾਲੀ ਵਿਸ਼ਿਆਂ 'ਤੇ ਵੀ ਲਿਖਦੇ ਆ। ਨਵੇਂ ਪ੍ਰਯੋਗ ਵੀ ਉਹਨਾਂ ਦੇ ਕਈ ਵਾਰੀ ਬਹੁਤ ਖੂਬਸੂਰਤ ਰਹਿੰਦੇ। ਸੋ ਇਹ ਇੱਕ ਧਾਰਾ ਕਹਿ ਦੇਣੀ ਠੀਕ ਨਹੀਂ। ਹਾਲਾਂਕਿ ਪਾਕਿਸਤਾਨੀ ਪੰਜਾਬੀ ਕਵਿਤਾ ਇਸ ਸਮੇਂ ਲਿਪੀਅੰਤਰ ਹੁੰਦੀ ਆ ਸਾਡੇ ਕੋਲ ਪਹੁੰਚਦੀ ਹੈ। ਅਫਜ਼ਲ ਸਾਹਰ ਵਰਗੇ ਨਵੇਂ ਜਿਹੜੇ ਕਵੀ ਸੀਗੇ ਉਹ ਵੀ ਵਧੀਆ ਲਿਖ ਰਹੇ। ਇੱਧਰ ਵੀ ਕਵਿਤਾ ਇਸ ਤਰ੍ਹਾਂ ਬਹੁਤ ਖੂਬਸੂਰਤ ਕਵਿਤਾ ਵੀ ਲਿਖੀ ਜਾ ਰਹੀ ਹੈਗੀ ਆ। ਪਰ ਸਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੀਦੀ ਹੈਗੀ ਹੈ ਕਿ ਜਿਹੜੀ ਕਵਿਤਾ ਹੈਗੀ ਆ ਉਹ ਹਰ ਸਮੇਂ, ਹਰ ਦੌਰ ਵਿੱਚ ਹੀ ਉਹਦੇ ਵਿੱਚ ਨਵੇਂ ਪ੍ਰਯੋਗ ਹੁੰਦੇ ਰਹਿੰਦੇ, ਅਤੇ ਇਸ ਸਮੇਂ ਵੀ ਕਾਫੀ ਨਵੇਂ ਪ੍ਰਯੋਗ ਹੋ ਰਹੇ ਹਨ। ਅਤੇ ਉਹਨਾਂ ਨਵੇਂ ਪ੍ਰਯੋਗਾਂ ਨੂੰ ਜੀ ਐਂ ਕਹਿਣਾ ਬਣਦਾ ਵਿਸ਼ੇ ਦੇ ਪੱਖੋਂ ਵੀ। ਮਸਲਾ ਇਹ ਹੈ ਕਿ ਜਿਹੜਾ ਕਵੀ ਅਨੁਭਵ ਪੇਸ਼ ਕਰ ਰਿਹਾ ਹੈਗਾ ਉਹ ਅਨੁਭਵ ਉਹਦਾ ਕਿੰਨਾ ਕੁ ਮੌਲਿਕ, ਉਹਦੇ ਬਿੰਬ ਕਿੰਨੇ ਕੁ ਮੌਲਿਕ ਨੇ। ਕੀ ਉਹ ਪੁਰਾਣੇ ਮਿੱਥ ਦੀ ਸਿਮਰਨਾ ਤਾਂ ਨਹੀਂ ਦੁਬਾਰਾ ਕਰ ਰਿਹਾ? ਕੀ ਉਹ ਪਹਿਲਾਂ ਕਥੇ ਨੂੰ ਹੀ ਦੁਬਾਰਾ ਤਾਂ ਨਹੀਂ ਕੱਥ ਰਿਹਾ? ਤਾਂ ਇਹਨਾਂ ਦੇ ਵਿੱਚੋਂ ਸਾਨੂੰ ਆਪਣੀ ਕਵਿਤਾ ਦੀ ਤਲਾਸ਼ ਕਰਨੀ ਚਾਹੀਦੀ ਹੈ ਕਿ ਨਵੀਂ ਕਵਿਤਾ ਦੇ ਵਿੱਚ ਕੀ ਕੀ ਮੋੜ ਆਏ। ਮੈਂ ਬਹੁਤ ਇਹਦੇ ਵਿੱਚ ਨਿਰਣੇ ਨਹੀਂ ਦਿੱਤੇ ਕਿਉਂਕਿ ਕਵਿਤਾ ਦੇ ਲਈ ਸਾਨੂੰ ਜ਼ਰੂਰੀ ਹੁੰਦਾ ਕਿ ਅਸੀਂ ਕਵਿਤਾ ਨੂੰ ਸਮਝੀਏ। ਮੈਂ ਜਦੋਂ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਦਾ ਪਹਿਲਾ ਐਡੀਸ਼ਨ ਲਿਖਿਆ ਤਾਂ ਉਸ ਸਮੇਂ ਤੱਕ ਜਿੰਨੇ ਵੀ ਕਵੀ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਗੌਲਣਯੋਗ ਸੀਗੀਆਂ ਉਹ ਸਾਰੀਆਂ ਲਿਸਟ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਹਨੂੰ ਦੁਬਾਰਾ ਸੋਧਿਆ ਤਾਂ ਬਹੁਤ ਸਾਰੇ ਮੈਂ ਵਿੱਚ ਉਹਦੇ ਨਵੇਂ ਨਾਂ ਵੀ ਉਹਦੇ ਵਿੱਚ ਪਾਏ, ਨਵੇਂ ਨਾਂ ਵੀ ਐਡ ਕੀਤੇ। ਮੈਂ ਹੁਣ ਇੱਕ ਵਾਰ ਸਿਰਫ ਕੁਝ ਉਹ ਕਵਿਤਾਵਾਂ, ਕਵੀਆਂ ਦੇ ਬਾਰੇ ਜਾਂ ਉਹ ਕਵਿਤਾਵਾਂ ਬਾਰੇ ਕਿ ਜਿਹੜੀਆਂ ਮੈਨੂੰ ਲੱਗਿਆ ਕਿ ਇਹ ਇੱਕ ਨਵੇਂ ਤਰ੍ਹਾਂ ਦੀ ਧਾਰਾ ਜਾਂ ਨਵੇਂ ਤਰ੍ਹਾਂ ਦੀ ਗੱਲ ਜਾਂ ਨਵੇਂ ਕਵੀ ਆਏ ਆ ਜਿਨ੍ਹਾਂ ਦੇ ਵਿੱਚ ਪਕਿਆਈ ਆ, ਉਹ ਕੁਝ ਨਾਂ ਤੁਹਾਡੇ ਨਾਲ ਮੈਂ ਵੱਖ-ਵੱਖ ਜਿਹੜੇ ਰੂਪ ਆ, ਵੱਖ-ਵੱਖ ਜਿਹੜੀਆਂ ਧਾਰਾਵਾਂ ਉਹਨਾਂ 'ਚ ਸਾਂਝੇ ਕਰਨਾ। ਸੁਖਪਾਲ ਆ ਜਿਹੜਾ ਉਹ ਭਾਰਤ ਰਹਿੰਦਾ ਵੀ ਕਵਿਤਾ ਲਿਖਦਾ ਸੀਗਾ, ਪਰ ਰਹਿਣ ਕਥਾਉ ਨਾਹੀਂ ਚੇਤਰ, ਚੁੱਪ ਚੁਪੀਤੇ ਚੇਤਰ ਚੜ੍ਹੇ, ਕੈਨੇਡਾ ਦੇ ਵਿੱਚ ਰਹਿ ਕੇ ਵੀ ਖੂਬਸੂਰਤ ਕਵਿਤਾਵਾਂ ਲਿਖ ਰਿਹਾ। ਤਾਂ ਉਹਦੇ ਕਵਿਤਾ ਦੇ ਵਿੱਚ ਕਈ ਕੁਝ ਨਵਾਂ ਹੈ। ਪੰਜਾਬੀਆਂ ਦਾ ਦਰਦ ਵੀ ਨਵੇਂ ਢੰਗ ਨਾਲ ਪੇਸ਼ ਕੀਤਾ। ਸੰਵੇਦਨਾਵਾਂ ਵੀ ਕੁਛ ਵੱਖਰੀਆਂ ਨੇ। ਹਾਲਾਂਕਿ ਕੈਨੇਡਾ ਦੇ ਵਿੱਚ ਕਵਿਤਾਵਾਂ ਬਹੁਤ ਦੇਰ ਦੀਆਂ ਲਿਖੀਆਂ ਜਾ ਰਹੀਆਂ। ਇਕਬਾਲ ਰਾਮੂਵਾਲੀਏ ਵਰਗੇ ਕਵਿਤਾਵਾਂ ਉੱਥੇ ਪਹਿਲਾਂ ਲਿਖਦੇ ਆ। ਰਵਿੰਦਰ ਰਵੀ ਵਰਗੇ ਪੁਰਾਣੇ ਸ਼ਾਇਰ ਜਿਨ੍ਹਾਂ ਨੇ ਕਈ ਪੀੜ੍ਹੀਆਂ ਹੰਢਾਈਆਂ ਉਹ ਵੀ ਉੱਥੇ ਕਵਿਤਾ ਲਿਖਦੇ। ਅਮਨਪਾਲ ਸਾਰਾ ਵਰਗਿਆਂ ਨੇ ਵੀ ਕਵਿਤਾਵਾਂ ਉੱਥੇ ਲਿਖੀਆਂ ਹੈ।
ਪਰ ਨਵੇਂ ਨਾਵਾਂ ਦੇ ਵਿੱਚੋਂ ਵੀ ਕਾਫੀ ਜਿਹੜੇ ਨਾਂ ਹੈ ਜਿਹੜੇ ਪਿਛਲੇ ਸਮੇਂ ਦੇ ਵਿੱਚ, ਜਿਵੇਂ ਪਰਮਜੀਤ ਕੌਰ ਦਿਓਲ ਨੇ ਕਵਿਤਾਵਾਂ ਲਿਖਣੀਆਂ, ਸੁਰਿੰਦਰ ਕੌਰ ਨੇ, ਸਰਜੀਤ ਕੌਰ ਨੇ। ਸਰਜੀਤ ਕੌਰ ਦੀਆਂ ਕੁਝ ਕਵਿਤਾਵਾਂ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਜੋ ਅਸੀਂ ਵੇਖੀਏ ਤਾਂ ਬੜਾ ਵੱਖਰੇ ਕਿਸਮ ਦਾ ਉਹ ਰੰਗ ਸਿਰਜਦੀਆਂ। ਮੇਜਰ ਮਾਂਗਟ, ਮੈਂ ਇਹ ਵੀ ਗੱਲ ਵਾਰ ਵਾਰ ਕਹਿੰਦਾ ਕਿ ਰੰਗਾਂ ਦੀ ਜਦੋਂ ਮੈਂ ਗੱਲ ਕਰਦਾ ਕਿ ਮੈਂ ਇਹ ਚਾਹੁੰਦਾ ਕਿ ਬਹੁਤਾ ਅਸੀਂ ਨਾਵਾਂ ਮਗਰ ਨਾ ਜਾਈਏ। ਨਾਂ ਤਾਂ ਬਹੁਤ ਨੇ, ਨਾਵਾਂ ਦੀ ਤਾਂ ਲਿਸਟ ਤੁਸੀਂ ਕਿਤਾਬਾਂ 'ਚ ਪੜ੍ਹ ਸਕਦੇ, ਮੇਰੀ ਕਿਤਾਬ 'ਚੋਂ ਤੁਸੀਂ ਪੜ੍ਹ ਸਕਦੇ। ਬਾਗੜੀ ਮਹਾਂਕਾਵਿ ਰਚ ਰਿਹਾ, ਹਰਚੰਦ ਬਾਗੜੀ ਇਸ ਸਮੇਂ ਵੀ ਮਹਾਂਕਾਵਿ ਰਚ ਰਿਹਾ ਇੰਗਲੈਂਡ ਦੇ ਵਿੱਚ, ਕਿਉਂਕਿ ਨਵਾਂ ਜਿਹੜੇ ਪ੍ਰਵਾਸ ਇੰਗਲੈਂਡ ਵਿੱਚ ਇਸ ਸਮੇਂ ਘੱਟ ਹੋ ਰਿਹਾ। ਪਰ ਉੱਥੇ ਮੈਂ ਕਿ ਵਰਿੰਦਰ ਪ੍ਰਹਾਰ ਨੇ ਕਹਿ ਲਓ ਕਿ ਇੱਕ ਵੱਖਰੇ ਕਿਸਮ ਦਾ ਮੁਹਾਵਰਾ ਸਿਰਜਣ ਦੀ ਕੋਸ਼ਿਸ਼ ਕੀਤੀ, ਖਾਸ ਕਰਕੇ ਕੁਦਰਤ ਨਾਲ ਸੰਬੰਧਿਤ। ਰਜਿੰਦਰਜੀਤ ਬਹੁਤ ਸੋਹਣੀਆਂ ਮਤਲਬ ਕਿ ਗਜ਼ਲਾਂ ਲਿਖਦਾ ਹੈ। ਜਿਹਨੇ ਮੈਨੂੰ ਮਾਰਿਆ ਤਲਵਾਰ ਉਹ ਤੇਰੀ ਸੀ, ਪਰ ਜਿਹਨੇ ਮੈਨੂੰ ਮਾਰਿਆ ਉਹ ਬਦਦੁਆ ਮੇਰੀ ਨਹੀਂ ਸਹੀ। ਨਿਸ਼ਚਿਤ ਇੰਗਲੈਂਡ ਦੇ ਵਿੱਚ ਉਸ ਤਰ੍ਹਾਂ ਹੁਣ ਨਵੇਂ ਬੰਦੇ ਕਿਉਂਕਿ ਘੱਟ ਜਾ ਰਹੇ, ਇਸ ਕਰਕੇ ਘੱਟ ਕਵਿਤਾਵਾਂ ਲਿਖੀਆਂ ਜਾ ਰਹੀਆਂ, ਪਰ ਉੱਥੇ ਇੱਕ ਨਵਾਂ ਪ੍ਰਯੋਗ ਵੀ ਇੱਕ ਹੋ ਰਿਹਾ। ਆਪਣੇ ਨਕਸਲਵਾੜੀ ਦੌਰ ਦੇ ਸ਼ਾਇਰ ਦਰਸ਼ਨ ਖਟਕੜ ਦੀ ਬੇਟੀ ਰੁਪੇਸ਼ਵਰ ਬਿਲਕੁਲ ਹੀ ਵੱਖਰਾ ਮੁਹਾਵਰੇ ਦੀ ਕਵਿਤਾ ਲਿਖਦੀ ਹੈ। ਆਪਣੀ ਕਵਿਤਾ ਬਹੁਤ ਘੱਟ ਉਹ ਸਾਂਝੀ ਕਰਦੀ ਹੈ, ਲੋਕਾਂ ਦੀਆਂ ਕਵਿਤਾਵਾਂ ਸਾਂਝੀਆਂ ਕਰਦੀ। ਪਰ ਜਦੋਂ ਲੋਕਾਂ ਦੀਆਂ ਕਵਿਤਾਵਾਂ ਸਾਂਝੀਆਂ ਕਰਦੀ ਹੈ ਤਾਂ ਉਹਦੇ ਵਿੱਚੋਂ ਕਵਿਤਾ ਦੀ ਜਿਹੜੀ ਚੋਣ ਅਤੇ ਕਵਿਤਾ ਕਹਿਣ ਦਾ ਜਿਹੜਾ ਉਹਦਾ ਅੰਦਾਜ਼ ਆ, ਖਾਸ ਕਰਕੇ ਫੇਸਬੁੱਕ ਦੀ ਜਿਹੜੀ ਉਹ ਵਰਤੋਂ ਕਰਦੀ ਹੈ, ਅਤੇ ਫੇਸਬੁੱਕ ਦੀ ਵਰਤੋਂ ਕਰਦੀ ਹੈ ਦੂਸਰੇ ਸ਼ਾਇਰਾਂ ਦੇ ਕਲਾਮ ਨੂੰ ਜਿਸ ਢੰਗ ਨਾਲ ਉਹ ਪੇਸ਼ ਕਰਦੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਕਲਾ ਰੂਪ ਬਣਦਾ ਜਾ ਰਿਹਾ। ਤਾਂ ਨਿਸ਼ਚੈ ਹੀ ਪੰਜਾਬੀ ਕਵਿਤਾ ਦੇ ਵਿੱਚ ਕਈ ਨਵੇਂ ਤਜਰਬੇ, ਨਵੇਂ ਰੰਗ, ਨਵੇਂ ਰੂਪ ਉੱਗੜ ਕੇ ਸਾਹਮਣੇ ਆ ਰਿਹਾ। ਜਦੋਂ ਮੈਂ ਇਹ ਨਵਾਂ ਸੰਗ੍ਰਹਿ ਤਿਆਰ ਕਰ ਰਿਹਾ ਸੀਗਾ ਕਵਿਤਾ ਦੇ ਬਾਰੇ ਮੈਂ ਸੋਚ ਰਿਹਾ ਸੀਗਾ, ਅਤੇ ਉਦੋਂ ਮੈਨੂੰ ਲੱਗਿਆ ਕਿ ਜਿਵੇਂ ਜਸਵੰਤ ਜਫਰ ਤੋਂ ਬਾਅਦ ਅਮਰਜੀਤ ਘੁੰਮਣ, ਨਦੀ ਨੂੰ ਵਹਿਣਾ ਪਿਆ, ਕਦੰਬ, ਉਹਨਾਂ ਨੇ ਬੜੀਆਂ ਕਵਿਤਾਵਾਂ ਤੇਜ਼ੀ ਨਾਲ ਲਿਖੀਆਂ। ਕਦੰਬ, ਬਿਰਤੀ, ਪ੍ਰਭਾਤ ਦੇ ਵਿੱਚ ਇੱਕ ਰੋਕ ਆ ਗਈ। ਗੁਰਤੇਜ ਕਹਾਰ ਵਾਲਾ, ਪਾਣੀ ਦੇ ਹਾਸ਼ੀਆ, ਇੱਕੋ ਹੀ ਗੱਲ ਸੰਗ੍ਰਹਿ ਆ ਪਰ ਉਸੇ ਨੇ ਸਥਾਪਿਤ ਕਰਤਾ। ਔੜ ਇੱਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਸਤਪਾਲ ਭੀਖੀ, ਇੰਦਰਜੀਤ ਨੰਦਨ, ਸਰਬਜੀਤ ਸੋਹੀ, ਹਰਮਨ, ਨਿਸ਼ਚੈ ਹੀ ਮਾ ਕੇ ਨਵੇਂ ਜਿਹੜੇ ਨਾਂ ਨੇ ਗਜ਼ਲ ਦੇ ਵਿੱਚ ਆਏ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਚਾਹੇ ਜਸਵਿੰਦਰ ਹੋਵੇ, ਵਿਜੇ ਵੇਕ ਹੋਵੇ, ਕਵਿੰਦਰ ਚਾਂਦ ਹੋਵੇ, ਅਸ਼ਰਫੀਆਂ ਵਾਲਾ, ਚਾਹੇ ਹਰਚਰਨ ਹੋਵੇ, ਮਰਮਰੀ ਜੰਗਲ ਵਾਲਾ, ਚਾਹੇ ਜਗਵਿੰਦਰ ਜੋਧਾ ਹੋਵੇ, ਮੀਲ ਪੱਥਰ ਤੇ ਮੁਸਾਫਰ ਤੇ ਸਰੰਗੀ ਵਾਲਾ, ਚਾਹੇ ਮੈਂ ਤੇ ਅਮੈਂ ਵਾਲਾ, ਚਾਹੇ ਚਰਨਦੀਪ ਦਿਓਲ ਹੋਵੇ, ਬੜਾ ਇੱਕ ਨਵੇਂ ਕਿਸਮ ਦੇ ਪ੍ਰਯੋਗ ਹੋ ਰਹੇ। ਲੰਮੀਆਂ ਕਵਿਤਾਵਾਂ ਵੀ ਲਿਖੀਆਂ ਕਈਆਂ ਨੇ, ਜਿਵੇਂ ਆਪਾਂ ਰੂਪ ਬਾਰੇ ਗੱਲ ਕਰਦੇ ਸੀ, ਸੁਖਵੰਤ ਕੌਰ ਮਾਨ ਨੇ ਜਿਵੇਂ ਡਿਊਟੀ ਲਿਖੀ, ਅਜੀਤ ਦਿਓਲ ਨੇ ਜਿਵੇਂ ਮਾਂ ਲਿਖੀ ਸੀ, ਗੁਰਪ੍ਰੀਤ ਬਿਲਕੁਲ ਹੀ ਵੱਖਰੇ ਮੁਹਾਵਰੇ ਦੀ ਕਵਿਤਾ ਲਿਖ ਰਿਹਾ। ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਨਾਵਾਂ ਥਾਵਾਂ ਦਾ ਮਸਲਾ ਨਹੀਂ ਗਾ ਕਿ ਨਾਂ ਥਾਂ ਆਪਾਂ ਕਿੰਨੇ ਕੁ ਲੈ ਸਕਦੇ ਹਾਂ, ਪਰ ਇਸ ਦੇ ਬਾਵਜੂਦ ਕਈ ਵਾਰੀ ਇਹ ਹੁੰਦਾ ਕਿ ਵੀ ਸਾਨੂੰ ਜਿਹੜੀ ਪੁਰਾਣੀ ਕਵਿਤਾ ਹੈਗੀ ਆ ਜਾਂ ਪਹਿਲਾਂ ਤੋਂ ਲਿਖੀ ਜਾ ਰਹੀ ਕਵਿਤਾ ਹੈਗੀ ਉਹਦੇ ਬਾਰੇ ਤਾਂ ਪਤਾ ਹੁੰਦਾ। ਕਈ ਵਾਰੀ ਸਮਕਾਲੀ ਕਵਿਤਾ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ। ਮੈਂ ਸਿਰਫ ਜਾਣਕਾਰੀ ਦੇ ਲਈ ਹੈ ਕਿ ਕਈ ਵਾਰੀ ਹੁੰਦਾ ਕਿ ਔਰਤਾਂ ਕਿੰਨਾ ਕੁ ਲਿਖ ਰਹੀਆਂ, ਬਹੁਤ ਜ਼ਿਆਦਾ ਲਿਖ ਰਹੀਆਂ। ਗੁਰਪ੍ਰੀਤ ਨੰਦੀ, ਨਦੀ ਜ਼ਿੰਦਗੀ, ਦਰਸ਼ਨ ਕੌਰ, ਕਾਰਾਵੇ ਸੰਵੇਦਨ ਕਿਸ ਕਹੀਏ, ਸੰਦੀਪ, ਅਰਤਿੰਦਰ ਕੌਰ ਸੰਧੂ, ਸਿਮਰ ਸਮੈਰਾ, ਦਿਓਲ ਪਰਮਜੀਤ, ਜਸਵਿੰਦਰ ਸੀਰਤ, ਮਨਜੀਤ ਇੰਦਰਾ, ਜਗਦੀਸ਼, ਹਰਪ੍ਰੀਤ ਕੌਰ, ਹਰਪਿੰਦਰ ਰਾਣਾ, ਗਗਨਦੀਪ ਕੌਰ, ਨੀਰੂ ਸੀਮ, ਅੰਮ੍ਰਿਤਪਾਲ ਕੌਰ, ਸਰਬਜੀਤ ਕੌਰ ਸੋਲ, ਰਾਜ ਸੰਧੂ, ਸੁਰਿੰਦਰ ਕੌਰ ਚਾਹਲ, ਅਨੂ ਬਾਲਾ, ਭੁਪਿੰਦਰ ਕੌਰ ਪ੍ਰੀਤ, ਮਨਜੀਤ ਇੰਦਰਾ, ਦਲਵੀਰ ਕੌਰ, ਪਰਮਜੀਤ ਕੌਰ ਸਵੈਚ, ਮਨਦੀਪ, ਰਮਨਦੀਪ ਕੌਰ ਵਿਰਕ, ਬਲਵਿੰਦਰ ਕੌਰ ਬਰਿਆਨਾ, ਤਜਿੰਦਰ ਸੋਹੀ, ਰਜਿੰਦਰ ਜਟਾਣਾ, ਸੁਰਿੰਦਰ ਸੈਣੀ। ਯਾਨੀ ਮੈਂ ਤਾਂ ਸਿਰਫ ਕੁਝ ਨਾਂ ਲਏ ਨੇ। ਕਰਮਜੀਤ ਕੌਰ ਕਿਸ਼ਵਾਲ, ਲਵੀਨ ਕੌਰ ਗਿੱਲ, ਮਨਜੀਤ ਕੌਰ ਸੇਖੋਂ, ਪ੍ਰਵੀਨ ਕੌਰ, ਪ੍ਰਭਜੋਤ ਕੌਰ। ਮੈਂ ਤਾਂ ਸਿਰਫ ਨਾ ਤੁਹਾਡੇ ਕੋਲ ਕੁਝ ਨਾਂ ਲੈ ਰਿਹਾ। ਇਹ ਤਾਂ ਇੱਕ ਨਵਾਂ ਮਾਕੇ ਰੁਝਾਨ ਆ ਕਿ ਬਹੁਤ ਕਵਿਤਾ ਔਰਤਾਂ ਵੱਲੋਂ ਲਿਖੀ ਜਾ ਰਹੀ ਹੈ। ਬਹੁਤ ਸਾਰੀ ਜਿਹੜੀ ਕਵਿਤਾ ਹੈਗੀ ਆ ਉਹ ਕਿਹਾ ਜਾ ਸਕਦਾ ਹੈਗਾ ਕਿ ਇਸ ਸਮੇਂ ਰਚੀ ਗਈ ਹੈ। ਮੈਂ
ਪਹਿਲਾਂ ਵੀ ਕਿਹਾ ਸੀ ਕਿ ਨਾਵਾਂ ਦੀ ਆਪਾਂ ਜੋੜ ਨਹੀਂ ਲਾਉਣਾਗਾ, ਨਾਂ ਤੇ ਮੈਂ ਸਿਰਫ ਇਸ ਕਰਕੇ ਦਿੱਤੇ ਕਿ ਥੋੜ੍ਹਾ ਜਿਹਾ ਤੁਹਾਨੂੰ ਇਹ ਅਹਿਸਾਸ ਹੋਵੇ ਕਿ ਕਿੰਨੀ ਵੱਡੀ ਪੱਧਰ 'ਤੇ ਕਵਿਤਾ ਲਿਖੀ ਜਾ ਰਹੀ। ਬਹੁਤ ਸਾਰੇ ਇੱਕ ਉਹ ਵੀ ਸ਼ਾਇਰ ਨੇ ਕਿ ਜਿਹੜੇ ਨੂੰ ਕਹਿ ਦਿੰਦੇ ਹਾਂ ਅਸੀਂ ਕਿ ਵਿਸ਼ੇਸ਼ ਮੌਕਿਆਂ 'ਤੇ ਜ਼ਰੂਰ ਕਵਿਤਾ ਲਿਖਦੇ ਆ, ਜਿਵੇਂ ਸ਼ਤਾਬਦੀਆਂ ਆਉਂਦੀਆਂ ਹੈਗੀਆਂ। ਪਿੱਛੇ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਸਾਲ ਮਨਾਇਆ ਗਿਆ ਸੀ, ਗੁਰੂ ਤੇਗ ਬਹਾਦਰ ਜੀ ਦਾ ਸਮਾਂ ਮਨਾਇਆ ਗਿਆ, ਉਦੋਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਗਈਆਂ, ਵਿਸ਼ੇਸ਼ ਮੌਕਿਆਂ ਲਈ ਕਵਿਤਾਵਾਂ ਲਿਖੀਆਂ ਗਈਆਂ। ਹੁਣ ਜਿਵੇਂ ਕਿਸਾਨੀ ਸੰਕਟ 'ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ। ਸੋ ਜੇ ਆਪਾਂ ਸਮੁੱਚੇ ਤੌਰ 'ਤੇ ਇਹ ਸਾਰੇ ਕਾਸੇ ਨੂੰ ਸਮੇਟਣਾ ਹੋਵੇ ਤਾਂ ਮੈਂ 3-4 ਗੱਲਾਂ ਕਹਿਣੀਆਂ ਚਾਹੁੰਦਾ। ਪਹਿਲੀ ਗੱਲ ਇਹ ਕਹਿਣੀ ਚਾਹੁੰਦਾ ਕਿ ਇਸ ਸਮੇਂ ਕੋਈ ਲਹਿਰ ਦਾ ਜ਼ਮਾਨਾ ਨਹੀਂ ਹੈ, ਪਰ ਪੰਜਾਬੀ ਕਵਿਤਾ ਰਚੀ ਜਾ ਰਹੀ ਹੈ। ਦੂਜੀ ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਕਿ ਲਹਿਰ ਦਾ ਜ਼ਮਾਨਾ ਨਹੀਂ, ਪਰ ਵਿਸ਼ੇ ਜ਼ਰੂਰ ਸਮੇਂ ਸਿਰ ਭਾਰੂ ਹੁੰਦੇ ਰਹਿੰਦੇ ਨੇ। ਇਸ ਸਮੇਂ ਜਿਹੜਾ ਭਾਰੂ ਆ ਉਹ ਕਿਸਾਨੀ ਜਿਹੜਾ ਸੰਕਟ ਆ ਜਾਂ ਖੁਦਕਸ਼ੀਆਂ ਜਾਂ ਕਿਸਾਨ ਅੰਦੋਲਨ ਆ, ਇਸ ਸਮੇਂ ਉਹ ਵੱਡੀ ਪੱਧਰ 'ਤੇ ਉਹਦੇ ਦੁਆਲੇ ਕਵਿਤਾ ਲਿਖੀ ਜਾ ਰਹੀ ਹੈ। ਲਗਭਗ ਹਰ ਸ਼ਾਇਰ ਨੇ ਉਸ ਦੁਆਲੇ ਕਵਿਤਾ ਲਿਖੀ ਹੈ। ਤੀਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਹਰ ਸਮੇਂ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਆ, ਇਸ ਸਮੇਂ ਵੀ ਨਵੇਂ ਪ੍ਰਯੋਗ ਹੋ ਰਹੇ ਆ, ਉਹ ਵਿਸ਼ੇ ਪੱਖੋਂ ਵੀ ਅਤੇ ਰੂਪ ਪੱਖੋਂ ਵੀ ਹੋ ਰਹੇ ਆ। ਜਿਵੇਂ ਆਪਾਂ ਪਹਿਲਾਂ ਹਾਈਕੂ ਦੀ ਗੱਲ ਕੀਤੀ ਸੀਗੀ, ਹੋਰ ਵੀ ਬੜੇ ਤਜਰਬੇ ਹੋ ਰਹੇ। ਫਿਰ ਇੱਕ ਸੰਚਾਰ ਪੱਖੋਂ ਵੀ ਕਿ ਜੇ ਕਵੀ ਦਰਬਾਰਾਂ ਦਾ ਦੌਰ ਘਟ ਗਿਆ ਤਾਂ ਇਸ ਸਮੇਂ ਇੱਕ ਜਿਹੜਾ ਵੱਡਾ ਦੌਰ ਆਇਆ ਉਹ ਆਇਆ ਹੈਗਾ ਕਿ ਇੰਟਰਨੈੱਟ 'ਤੇ ਜਾਂ ਸੋਸ਼ਲ ਮੀਡੀਆ 'ਤੇ, ਚਾਹੇ ਫੇਸਬੁੱਕ ਰਾਹੀਂ ਚਾਹੇ ਯੂਟਿਊਬ ਰਾਹੀਂ ਆਪਣੀਆਂ ਕਵਿਤਾਵਾਂ ਨੂੰ ਪੇਸ਼ ਕਰਨ ਦਾ ਦੌਰ ਹੈਗਾ, ਜਿਹਦੇ 'ਚ ਮੈਂ ਕਿਹਾ ਕਿ ਰੁਪੇਸ਼ਵਰ ਕੌਰ ਬਿਲਕੁਲ ਹੀ ਵੱਖਰਾ ਮੁਹਾਵਰਾ, ਜਿਹੜਾ ਰੁਪੇਸ਼ਵਰ ਖੜਕੜਾ ਬਿਲਕੁਲ ਹੀ ਵੱਖਰਾ ਮੁਹਾਵਰੇ ਦੇ ਵਿੱਚ ਕਵਿਤਾਵਾਂ ਕਹਿ ਰਹੀ ਹੈ, ਲਿਖ ਰਹੀ ਹੈ। ਇਸੇ ਸਮੇਂ ਸ਼ਾਇਰਾਂ ਵੱਲੋਂ ਆਪਦੀ ਹੀ ਕਵਿਤਾ ਨੂੰ ਆਪ ਗਾਉਣ ਦਾ ਜਾਂ ਆਪ ਉਹਦੇ ਬਾਰੇ ਉਸ ਨੂੰ ਪੇਸ਼ ਕਰਨ ਦਾ ਵੀ ਰੁਝਾਨ ਚੱਲਿਆ। ਪਾਤਰ ਸਾਹਿਬ ਆਪ ਵੀ ਕਈ ਵਾਰੀ ਗਾ ਦਿੰਦੇ ਆ ਅਤੇ ਉਹਨਾਂ ਦਾ ਬੇਟਾ ਵੀ ਗਾ ਦਿੰਦਾ। ਇਸ ਤੋਂ ਇਲਾਵਾ ਵੀ ਆਪਣੀਆਂ ਕਵਿਤਾਵਾਂ ਨੂੰ ਆਪਦੀ ਆਵਾਜ਼ ਵਿੱਚ ਰਿਕਾਰਡ ਕਰਾਉਣ ਦਾ ਸ਼ਮੀਲ ਨੇ ਵੀ, ਜਸਵੀਰ ਸ਼ਮੀਲ ਨੇ ਵੀ, ਕੈਨੇਡਾ ਵਿੱਚ ਰਹਿੰਦਾ, ਉਹਨੇ ਵੀ ਇੱਕ ਇਹ ਪ੍ਰਯੋਗ ਕੀਤਾ ਸੀ। ਤਾਂ ਇਸ ਕਿਸਮ ਦੇ ਪ੍ਰਯੋਗ ਵੀ ਹੋ ਰਹੇ ਨੇ। ਪੰਜਾਬੀ ਕਵਿਤਾ ਤੋਂ ਮੈਂ ਬੜਾ ਆਸਵੰਦ ਹਾਂ, ਬੜਾ ਕਿਹਾ ਜਾ ਸਕਦਾ ਹੈ ਕਿ ਆਪਣੇ ਰੰਗ ਨਾਲ, ਆਪਣੇ ਢੰਗ ਨਾਲ ਹੀ ਚੱਲ ਰਹੀ ਹੈ। ਕਵਿਤਾਵਾਂ ਪੜ੍ਹੋ, ਪੁਸਤਕਾਂ ਪੜ੍ਹੋ, ਉਹਦਾ ਰੰਗ ਮਾਣੋ। ਤੁਹਾਡਾ ਜਿਹੜਾ ਨਿੱਜੀ ਰੰਗ ਹੈ, ਜਿਹੜਾ ਤੁਹਾਨੂੰ ਪਸੰਦ ਆ, ਉਸ ਕਿਸਮ ਦੀ ਕਵਿਤਾ ਵੀ ਤੁਹਾਨੂੰ ਲੱਭ ਜਾਵੇਗੀ, ਜਿਹੜੇ ਤੁਹਾਡੇ ਰੂਹ ਦੇ ਨੇੜੇ ਆ। ਅੱਜ ਆਪਾਂ ਪੰਜਾਬੀ ਗੀਤਾਂ ਬਾਰੇ ਗੱਲ ਨਹੀਂ ਕੀਤੀ, ਹਾਲਾਂਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਖੇਤਰ ਆ। ਉਸ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਗੀਤ ਲਿਖਦੇ ਨੇ ਅਤੇ ਉਹਨਾਂ ਨੂੰ ਵੀ ਵੱਡੀ ਪੱਧਰ 'ਤੇ ਆਡੀਅੰਸ ਮਿਲਦੀ ਹੈਗੀ ਹੈ, ਵੱਡੀ ਪੱਧਰ 'ਤੇ ਉਹਨਾਂ ਦੇ ਸਰੋਤੇ ਦਰਸ਼ਕ ਨੇ। ਉਸ ਬਾਰੇ ਗੱਲ ਕਿਸੇ ਦਿਨ ਫੇਰ। ਅੱਜ ਪੰਜਾਬੀ ਦੇ ਨਵੇਂ ਝੁਕਾਵਾਂ ਬਾਰੇ ਮੈਂ ਕੋਈ ਬਹੁਤੇ ਨਿਰਣੇ ਨਹੀਂ ਕੱਢੇ, ਬਹੁਤੇ ਨਾਵਾਂ ਥਾਵਾਂ ਦਾ ਨਾਂ ਨਹੀਂ ਲਿਆ, ਸਿਰਫ ਤੁਹਾਨੂੰ ਇੱਕ ਤਸਵੀਰ ਜੀ ਦਿਖਾਈ ਹੈ ਕਿ ਪੰਜਾਬੀ ਕਵਿਤਾ ਕਿਸ ਪਾਸੇ ਵੱਲ ਜਾਂ ਕਿਸ ਤਰ੍ਹਾਂ ਦੀ ਇਸ ਵੇਲੇ ਲਿਖੀ ਜਾ ਰਹੀ ਹੈ।